कैप्टन साहब की हुण दोबारा जिहड़ी है वो झंडी होण जा रही है, क्योंकि हाई कमांड ने फैसला अंदर खाते कर लिया कि CM ते नहीं बदलिया जाएगा। कि नवजोत सिद्धू होनी कल पक्का तो नहीं पता लग्या कि वो कल फिर दिल्ली चले गए हैं, हाई कमांड नाल जिहड़ी है वो गल करनगे। सारियां पार्टियां इस ते लगियां कि किसी ढंग नाल 2022 ਦੀਆਂ ਚੋਣਾਂ ਵਿੱਚ ਇਹ ਮੁੱਦਾ ਕਿਵੇਂ ਕੈਸ਼ ਕਰਾਇਆ ਜਾ ਸਕਦਾ ਹੈ। ਲਾਠੀ ਚਾਰਜ ਕਰਨਾਲ ਵਿੱਚ ਹੋਇਆ ਸੀ, ਉੱਥੋਂ ਦੇ SDM ਆਯੂਸ਼ ਸਿਨਹਾ ਉੱਤੇ ਸਾਰੀ ਜਿਹੜੀ ਹੈ ਉਹ ਗਾਜ਼ ਗਿਰੀ ਸੀ। ਸਰਕਾਰ ਨੇ ਬਚਣ ਦੀ ਕੋਸ਼ਿਸ਼ ਕੀਤੀ ਹੈ ਉਸ ਇੱਕ ਵੱਡੀ ਘਟਨਾ ਤੋਂ, ਤਾਂ ਕਿ ਸਰਕਾਰ ਦੇ ਉੱਤੇ ਕਿਸੇ ਕਿਸਮ ਦਾ ਉਂਗਲੀ ਨਾ ਉੱਠੇ, ਪਰ ਉਹ ਘਟਨਾ ਤਾਂ ਵਾਪਰ ਚੁੱਕੀ ਹੈ। ਸਰਕਾਰ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਉਹ ਆਰਡਰ ਕੀਤੇ ਗਏ। ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਦੇ ਵਿੱਚ ਕਾਟੂ ਕਲੇਸ਼ ਚੱਲਿਆ ਹੈ ਔਰ ਉਹਦੀਆਂ ਕਈ ਸ਼ੇਡਸ ਨੇ, ਉਹ ਫਿਰ ਉੱਥੇ ਮੁੜ ਕੇ ਆ ਜਾਂਦਾ ਹੈ। ਕਾਂਗਰਸ ਦੀ ਵੀ ਉਹੀ ਹਾਲਤ ਹੈ, ਉਹ ਲੋੜ ਪੈਣ ਤੇ ਖਿੱਚ ਲੈਂਦੇ ਆ, ਲੋਕਾਂ ਦਾ ਧਿਆਨ ਵੰਡਾ ਦਿੰਦੇ ਆ। ਸਿੱਧੂ ਸਾਹਿਬ ਆਪਣੇ ਢੰਗ ਨਾਲ ਜਿਹੜੀ ਆ ਉਹ ਗਲੇਲ ਖਿੱਚ ਕੇ ਮਾਰਦੇ ਆ, ਪਰ ਉਹ ਵੱਜਦੀ ਕਿਤੇ ਨਹੀਂ। ਅਕਾਲੀ ਦਲ ਦੇ ਵਿੱਚ ਵੀ ਬਗਾਵਤ ਹੋ ਸਕਦੀ ਹੈ, ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ। ਸਿਕੰਦਰ ਸਿੰਘ ਮਲੂਕਾ ਹੋਣਾ ਨੇ ਕਹਿ ਦਿੱਤਾ ਕਿ ਉਹਨਾਂ ਦਾ ਪੁੱਤਰ ਚੋਣ ਲੜੂਗਾ। ਅਖਬਾਰਾਂ ਤੇ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਤਾਂ ਕੰਮ ਹੋ ਰਿਹਾ ਹੈ, ਪਰ ਗਰਾਊਂਡ ਲੈਵਲ ਤੇ ਸਰਕਾਰ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਸਵਾਏ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਰੌਲਾ ਪਾਉਣ ਤੋਂ ਇਲਾਵਾ ਕੋਈ ਕੰਮ ਜਿਹੜਾ ਉਹ ਨਹੀਂ ਹੋਇਆ। ਅਕਾਲੀ ਦਲ ਭਾਵੇਂ ਇਹ ਗੱਲ ਕਹਿੰਦਾ ਕਿ ਅਸੀਂ ਤੇ ਜੀ 2 ਰੁਪਏ 86 ਪੈਸੇ, 3 ਰੁਪਏ 40 ਪੈਸੇ, 50 ਪੈਸੇ ਬਿਜਲੀ ਦੇ ਸਮਝੌਤੇ ਕੀਤੇ ਸੀ। ਉਹ ਸਮਝੌਤੇ ਸੱਚਮੁੱਚ ਇੰਨੇ ਤੇ ਨਹੀਂ ਸੀ ਹੋਏ। ਉਹ ਤਾਂ ਸਿਰਫ ਇੱਕ ਇਕੁਏਟਡ ਰੇਟ ਹੁੰਦਾ ਹੈ ਜਿਹੜਾ ਕਿ ਟੈਕਨੀਕਲੀ ਟੈਂਡਰ ਦੇ ਵਿੱਚ ਦੇਣਾ ਹੁੰਦਾ ਹੈ। ਆਪਣੇ ਬਿੱਲਾਂ ਤੇ ਜਰਾ ਝਾਤੀ ਮਾਰਿਓ, ਬਿੱਲ ਦੇ ਪਿਛਲੇ ਪਾਸੇ ਲਿਖਿਆ ਹੁੰਦਾ ਕਿ ਪਹਿਲੇ 100 ਯੂਨਿਟ ਕਿੰਨੇ ਦੇ ਹੈ, 200 ਯੂਨਿਟ ਤੱਕ ਫਿਰ ਕੀ ਰੇਟ ਹੈ, 400 ਕੀ ਹੈ ਤੇ ਉਸ ਤੋਂ ਉੱਪਰ ਵਾਲਾ ਕੀ ਰੇਟ ਹੈ ਤੇ ਕਿਹੜਾ ਤੁਹਾਨੂੰ ਸੈਸ ਲੱਗਦਾ। ਆਜ਼ਾਦੀ ਵੇਲੇ ਵੀ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਲਹਿਰ ਉੱਠੀ ਸੀ ਤੇ ਹੁਣ ਵੀ ਇਹ ਮਹਿਸੂਸ ਕੀਤਾ ਗਿਆ ਕਿ ਇਹ ਕਾਨੂੰਨ ਅਗਰ ਲਾਗੂ ਹੋ ਜਾਣਗੇ ਤਾਂ ਭਾਰਤ ਦੀ ਖੇਤੀਬਾੜੀ ਬਿਲਕੁਲ ਤਬਾਹ ਹੋ ਜਾਏਗੀ। ਔਰ ਇਹ ਵੱਡੇ ਪੱਧਰ ਦੇ ਉੱਤੇ ਇਹ ਮੋਰਚਾ ਚੱਲਿਆ। ਤੁਸੀਂ ਦੇਖ ਹੀ ਰਹੇ ਹੋ ਕਿ 10ਵਾਂ ਮਹੀਨਾ ਦਿੱਲੀ ਦੇ ਦਰਵਾਜ਼ਿਆਂ ਤੇ ਬੈਠਿਆ ਹੋ ਗਿਆ। ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੰਤਜ਼ਾਰ ਤੁਹਾਨੂੰ ਹੁੰਦਾ ਹੈ ਕਿ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਨਾਲ ਜਾਂ ਸਿਆਸਤ ਨਾਲ ਜਾਂ ਪੰਜਾਬ ਦੀ ਸਾਡੀ ਜ਼ਿੰਦਗੀ ਦੇ ਨਾਲ, ਉਹਨਾਂ ਤੇ ਆਪਾਂ ਗੱਲਬਾਤ ਕਰੀਏ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀਆਂ ਖਬਰਾਂ ਤੇ ਇੱਕ ਨਜ਼ਰ ਮਾਰੀਏ ਕਿ ਕੀ ਕੁਝ ਵਾਪਰਿਆ, ਉਸ ਤੋਂ ਪਹਿਲਾਂ ਤੁਹਾਨੂੰ ਯਾਦ ਕਰਾ ਦਈਏ ਕਿ ਤੁਸੀਂ ਸਾਡੇ ਨਾਲ ਵੱਖ-ਵੱਖ ਚੈਨਲਸ ਦੇ ਉੱਤੇ, ਪਲੇਟਫਾਰਮਸ ਤੇ ਜੁੜੇ ਹੋਏ ਹੋ। ਚੈਨਲ ਪੰਜਾਬੀ ਤੇ ਤੁਸੀਂ ਲਾਈਵ ਵੇਖ ਰਹੇ ਹੋ, ਫੇਸਬੁੱਕ ਤੇ ਲਾਈਵ ਹੈ ਸਾਡਾ ਇਹ ਪ੍ਰੋਗਰਾਮ, ਬਾਅਦ ਦੇ ਵਿੱਚ YouTube ਤੇ ਵੀ ਇਹ ਪ੍ਰੋਗਰਾਮ ਦੇ ਨਾਲ ਬਾਕੀ ਪ੍ਰੋਗਰਾਮ ਵੀ ਤੁਸੀਂ ਸਾਡੇ ਵੇਖ ਸਕਦੇ ਹੋ। ਸਾਡੇ ਬਹੁਤ ਸਾਰੇ ਪ੍ਰੋਗਰਾਮ ਅਵੇਲੇਬਲ ਰਹਿੰਦੇ ਨੇ ਵੱਖ-ਵੱਖ ਪਲੇਟਫਾਰਮਸ ਤੇ, ਗਲੋਬਲ ਪੰਜਾਬ TV ਤੇ। ਤੁਸੀਂ ਆਪਣੇ ਵੱਖ-ਵੱਖ ਫੋਨਸ ਦੇ ਉੱਤੇ ਵੀ ਆਪਣੀ ਸਹੂਲਤ ਦੇ ਅਨੁਸਾਰ ਐਪਸ ਡਾਊਨਲੋਡ ਕਰ ਸਕਦੇ ਹੋ, ਜਿਹਦੇ ਵਿੱਚ roku ਹੈ, Amazon Fire TV ਹੈ, Apple ਹੈ, iOS ਹੈ ਤੇ Play Store ਤੋਂ ਜਾ ਕੇ ਤੁਸੀਂ Google ਦੇ ਉੱਤੋਂ ਆਪਣੇ ਐਂਡਰਾਇਡ ਫੋਨਸ ਦੇ ਉੱਤੇ ਵੀ ਇਹ ਡਾਊਨਲੋਡ ਕਰਕੇ ਸਾਡੇ ਪ੍ਰੋਗਰਾਮ ਵੇਖ ਸਕਦੇ ਹੋ। ਲਗਾਤਾਰ ਜੁੜੇ ਰਹਿ ਸਕਦੇ ਹੋ। ਤੁਹਾਡੇ ਲਈ ਕੋਸ਼ਿਸ਼ ਇਹ ਹੁੰਦੀ ਹੈ ਕਿ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਪਹੁੰਚਾਈ ਜਾਵੇ, ਖਾਸ ਤੌਰ ਤੇ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪੰਜਾਬ ਦੇ ਮੁੱਦਿਆਂ ਦੇ ਨਾਲ ਜੁੜਦੀ ਹੋਈ। ਧਾਰਮਿਕ ਪ੍ਰੋਗਰਾਮ ਨੇ, ਐਂਟਰਟੇਨਮੈਂਟ ਦੇ ਪ੍ਰੋਗਰਾਮ ਨੇ ਔਰ ਲਗਾਤਾਰ ਅਪਡੇਟਸ ਤੁਹਾਨੂੰ ਅਸੀਂ ਜਾਰੀ ਰੱਖਦੇ ਹਾਂ। ਸਾਡੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਹ ਪ੍ਰੋਗਰਾਮ ਸਾਡੇ ਅੱਗੇ ਸ਼ੇਅਰ ਵੀ ਕਰੋ, ਦੂਸਰਿਆਂ ਨਾਲ ਸਾਂਝਾ ਗੱਲ ਕਰੋ, ਤਾਂ ਕਿ ਆਪਾਂ ਗੱਲ ਨੂੰ ਅੱਗੇ ਤੋਰੀਏ, ਕਿਸੇ ਪਾਸੇ ਲੱਗੀਏ। ਕੋਈ ਵੀ ਸਮਾਜ ਦੇ ਵਿੱਚ ਮੁੱਦਾ ਉੱਠਦਾ ਹੈ ਤਾਂ ਸੱਭਿਆ ਸਮਾਜ ਦੀ ਇਹ ਪਹਿਚਾਣ ਹੈ ਕਿ ਉਹਦੀ ਕਿਸੇ ਤਹਿ ਤੱਕ ਪਹੁੰਚਣਾ, ਉਹਦੇ ਹੱਲ ਤੱਕ ਪਹੁੰਚਣ ਲਈ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਸੰਵਾਦ ਕਰਨਾ ਜਿਹੜਾ ਉਹ ਬੜਾ ਜ਼ਰੂਰੀ ਹੈ, ਬਜਾਏ ਇਸ ਦੇ ਕਿ ਖਿੱਚੋਤਾਣ ਹੋਵੇ।
ਆਓ ਆਪਾਂ ਥੋੜਾ ਜਿਹਾ ਗੱਲ ਕਰਦੇ ਹਾਂ ਕਿ ਅੱਜ ਦੀਆਂ ਕੁਝ ਖਾਸ ਜੋ ਚੋਣਵੀਆਂ ਖਬਰਾਂ ਉਹਨਾਂ ਦੇ ਵਿੱਚ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਲਾਠੀ ਚਾਰਜ ਕਰਨਾਲ ਵਿੱਚ ਹੋਇਆ ਸੀ, ਉੱਥੋਂ ਦੇ ਐਸਡੀਐਮ ਆਯੂਸ਼ ਸਿਨਹਾ ਉੱਤੇ ਸਾਰੀ ਜਿਹੜੀ ਹੈ ਉਹ ਗਾਜ਼ ਗਿਰੀ ਸੀ। ਸੋ ਉਹਨਾਂ ਨੂੰ ਸਰਕਾਰ ਨੇ ਬਾਕੀ ਕੁਝ ਹੋਰ ਅਫਸਰਾਂ ਦੇ ਨਾਲ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਹੈ, ਕੋਈ ਐਡੀਸ਼ਨਲ ਸੈਕਟਰੀ ਲਾ ਦਿੱਤਾ ਉਹਨਾਂ ਨੂੰ। ਖੈਰ, ਸਰਕਾਰ ਨੇ ਬਚਣ ਦੀ ਕੋਸ਼ਿਸ਼ ਕੀਤੀ ਹੈ ਉਸ ਇੱਕ ਵੱਡੀ ਘਟਨਾ ਤੋਂ, ਤਾਂ ਕਿ ਸਰਕਾਰ ਦੇ ਉੱਤੇ ਕਿਸੇ ਕਿਸਮ ਦਾ ਉਂਗਲੀ ਨਾ ਉੱਠੇ, ਪਰ ਉਹ ਘਟਨਾ ਤਾਂ ਵਾਪਰ ਚੁੱਕੀ ਹੈ ਤੇ ਉਹਦੇ ਲਈ ਸਰਕਾਰ, ਹਰਿਆਣਾ ਸਰਕਾਰ ਜ਼ਿੰਮੇਵਾਰ ਹੈ, ਜਿਨ੍ਹਾਂ ਦੀ ਸ਼ਹਿ ਦੇ ਉੱਤੇ ਉਹ ਆਰਡਰ ਕੀਤੇ ਗਏ। ਭਾਵੇਂ ਤਬਾਦਲਾ ਕਰ ਦਿੱਤਾ, ਔਰ ਤਬਾਦਲਾ ਕਰਨ ਦੇ ਨਾਲ ਕਿਸਾਨ ਠੰਡੇ ਹੋਣ ਵਾਲੇ ਨਹੀਂ, ਕਿਉਂਕਿ ਤਬਾਦਲਾ ਕੋਈ ਸਜ਼ਾ ਨਹੀਂ ਹੁੰਦੀ ਕਿਸੇ ਗਲਤ ਕੰਮ ਕੀਤੇ ਦੀ। ਤਬਾਦਲੇ ਤਾਂ ਆਮ ਹੁੰਦੇ ਨੇ। ਮੰਗ ਇਹ ਹੈ ਕਿ ਉਹਨੂੰ ਸਸਪੈਂਡ ਕੀਤਾ ਜਾਵੇ, ਇਨਕੁਆਇਰੀ ਕੀਤੀ ਜਾਵੇ, ਹੋਣਾ ਵੀ ਚਾਹੀਦਾ। ਬਿਨਾਂ ਇਨਕੁਆਇਰੀ ਤੋਂ ਕਿਸੇ ਨੂੰ ਕੋਈ ਸਜ਼ਾ ਦੇਣੀ ਵੀ ਮਾੜੀ ਗੱਲ ਹੈ। ਹਾਲਾਂਕਿ ਵੀਡੀਓ ਦੇ ਵਿੱਚ ਬੜਾ ਕੁਝ ਸਪਸ਼ਟ ਹੈ, ਪਰ ਫਿਰ ਵੀ ਦੋਨਾਂ ਧਿਰਾਂ ਨੂੰ ਮੌਕਾ ਬਰਾਬਰ ਦਾ ਮਿਲਣਾ ਚਾਹੀਦਾ। ਉੱਧਰ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਸੀ ਕਿ ਨਸ਼ਿਆਂ ਉੱਤੇ ਪੰਜਾਬ ਦਾ ਧਿਆਨ ਰਹਿੰਦਾ ਹੈ, ਔਰ ਇਹ ਸੀ ਇਸ ਕਿਸਮ ਦੀ ਆਸ ਕਿ ਜੋ ਹਾਈ ਕੋਰਟ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਪਈ ਹੋਈ ਹੈ ਬੰਦ ਲਿਫਾਫੇ ਦੇ ਵਿੱਚ ਨਸ਼ਿਆਂ 'ਤੇ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਮ ਆਉਣ ਦੇ ਖਦਸ਼ੇ ਹੈ, ਡਰ ਹੈ, ਸ਼ੱਕ ਹੈ, ਜਾਂ ਲੋਕਾਂ ਨੂੰ ਆਸ ਹੈ ਕਿ ਫਲਾਣੇ ਲੀਡਰ ਦਾ ਨਾਮ ਆ ਜਾਏਗਾ ਅਤੇ ਉਹ ਅੰਦਰ ਹੋ ਜਾਏਗਾ। ਲੇਕਿਨ ਉਹ ਕੱਲ੍ਹ ਹਾਈ ਕੋਰਟ ਦੇ ਵਿੱਚ ਉਸ ਬੈਂਚ ਦੇ ਨਾਲ ਜਸਟਿਸ ਅਜੇ ਤਿਵਾੜੀ ਉਹਨਾਂ ਨੇ ਉਸ ਬੈਂਚ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ। ਸੋ ਅਗਲੀ ਜੋ ਸੁਣਵਾਈ ਹੈ ਉਦੋਂ ਹੀ ਹੋਏਗੀ ਜਦੋਂ ਹੁਣ ਨਵਾਂ ਬੈਂਚ ਉੱਥੇ ਬਣੇਗਾ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲਿਆ ਹੈ, ਔਰ ਉਹਦੀਆਂ ਕਈ ਸ਼ੇਡਸ ਨੇ, ਉਹ ਫਿਰ ਉੱਥੇ ਮੁੜ ਕੇ ਆ ਜਾਂਦਾ ਹੈ। ਉਹ ਜਿਵੇਂ ਆਪਾਂ ਪਲਾਸਟਿਕ ਖਿੱਚੀ ਹੁੰਦੀ ਹੈ ਨਾ, ਅਤੇ ਪਲਾਸਟਿਕ ਨੂੰ ਛੱਡ ਦਈਏ ਅਤੇ ਉਹ ਇਲਾਸਟਿਕ ਵਾਲੀ ਜਿਹੜੀ ਰੱਸੀ ਹੁੰਦੀ ਉਹ ਫਿਰ ਉੱਥੇ ਪਹੁੰਚ ਜਾਂਦੀ ਹੈ। ਸੋ ਕਾਂਗਰਸ ਦੀ ਵੀ ਉਹੀ ਹਾਲਤ ਹੈ, ਉਹ ਲੋੜ ਪੈਣ 'ਤੇ ਖਿੱਚ ਲੈਂਦੇ ਆ, ਲੋਕਾਂ ਦਾ ਧਿਆਨ ਵੰਡਾ ਦਿੰਦੇ ਆ। ਸਿੱਧੂ ਸਾਹਿਬ ਆਪਣੇ ਢੰਗ ਨਾਲ ਜਿਹੜੀ ਆ ਉਹ ਗਲੇਲ ਖਿੱਚ ਕੇ ਮਾਰਦੇ ਆ, ਪਰ ਉਹ ਵੱਜਦੀ ਕਿਤੇ ਨਹੀਂ, ਕਿਉਂਕਿ ਹੁਣ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਆਇਆ। ਜਿਸ ਹਿਸਾਬ ਨਾਲ ਸਿੱਧੂ ਸਾਹਿਬ ਨੇ ਇੱਕ ਬਹੁਤ ਵੱਡਾ ਕਾਫਲਾ ਤਿਆਰ ਕੀਤਾ ਸੀ, ਗੱਡੀਆਂ ਭੱਜ ਰਹੀਆਂ ਸੀ, ਬਿਆਨ ਆ ਰਹੇ ਸੀ, ਟਵੀਟ ਆ ਰਹੇ ਸੀ, ਅਤੇ ਉਹ ਹੁਣ ਖਿੱਚ ਫੇਰ ਢਿੱਲੀ ਪੈ ਗਈ ਹੋਈ ਹੈ। ਇਸ ਤਰ੍ਹਾਂ ਦੀ ਭਿਣਕ ਅਕਾਲੀ ਦਲ 'ਚੋਂ ਵੀ ਪੈਣੀ ਸ਼ੁਰੂ ਹੋ ਗਈ ਹੈ, ਕਿਉਂਕਿ ਅਕਾਲੀ ਦਲ ਦੇ ਵਿੱਚ ਵੀ ਇਹ ਮਹਿਸੂਸ ਕੀਤਾ ਜਾਣ ਲੱਗਿਆ, ਲੀਡਰ ਕਈ ਚੁੱਪ ਚਪੀਤੇ ਗੱਲ ਕਰਦੇ ਆ, ਭਾਵੇਂ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ, ਕਿ ਅਕਾਲੀ ਦਲ ਦੇ ਵਿੱਚ ਵੀ ਲੋਕਤੰਤਰ ਨਹੀਂ ਰਿਹਾ। ਕਿਉਂਕਿ ਮੌੜ ਮੰਡੀ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਹੋਣਾ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ, ਜਿੱਥੇ ਕਿ ਸਿਕੰਦਰ ਸਿੰਘ ਮਲੂਕਾ, ਜੋ ਕਿ ਪਿਛਲੀ ਸਰਕਾਰ ਜੋ ਸੀ ਅਕਾਲੀ ਦਲ ਦੀ, ਉਹਦੇ ਵਿੱਚ ਸਿੱਖਿਆ ਮੰਤਰੀ ਰਹੇ ਸੀ, ਅਤੇ ਉਹਨਾਂ 'ਤੇ ਬੜੀ ਕਿਸਮ ਦੇ ਲਾਂਛਣ ਵੀ ਲੱਗੇ ਸੀਗੇ। ਕਿਤਾਬਾਂ ਦੀਆਂ ਕਿੱਟਾਂ ਸੀ, ਦੂਸਰੀਆਂ ਕੰਪਿਊਟਰ ਦੀਆਂ ਕਿੱਟਾਂ ਸੀ, ਉਹਨਾਂ ਦਾ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਸੀ। ਅਤੇ ਭਾਵੇਂ ਉਹ ਵੀ ਘੁਟਾਲਾ ਇੰਝ ਹੀ ਰੋਲ ਖੁੱਲ੍ਹ ਗਿਆ, ਜਿਵੇਂ ਇਸ ਵਾਰ ਕੈਪਟਨ ਸਰਕਾਰ ਦੇ ਵਿੱਚ ਬਲਬੀਰ ਸਿੰਘ ਸਿੱਧੂ ਹੋਣਾ 'ਤੇ ਦੋਸ਼ ਲੱਗੇ ਸੀ ਕਿ ਉਹਨਾਂ ਨੇ ਕਰੋਨਾ ਕਿੱਟਾਂ, ਫਤਿਹ ਕਿੱਟਾਂ ਦੀ ਜਿਹੜੀ ਗੜਬੜ ਵੱਡੇ ਪੱਧਰ 'ਤੇ ਕੀਤੀ ਹੈ ਸਰਕਾਰ ਨੇ। ਸਰਕਾਰਾਂ ਇੰਝ ਹੀ ਕਰਦੀਆਂ ਨੇ, 2-4 ਦਿਨ ਗੱਲਾਂ ਬਾਤਾਂ ਕੀਤੀਆਂ, ਬਿਆਨਬਾਜ਼ੀ ਕੀਤੀ, ਇਨਕੁਆਇਰੀ ਬਿਠਾਈ, ਫਿਰ ਲੋਕ ਭੁੱਲ ਜਾਂਦੇ ਆ, ਕਿਉਂਕਿ ਮਸਲੇ ਹੀ ਇੰਨੇ ਆ, ਲੋਕ ਕਿੰਨੇ ਕੁ ਮਸਲੇ ਯਾਦ ਰੱਖਣ। ਸੋ ਅਕਾਲੀ ਦਲ ਦੇ ਵਿੱਚ ਵੀ ਬਗਾਵਤ ਹੋ ਸਕਦੀ ਹੈ। ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ, ਕਿਉਂਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਦਾ ਪੁੱਤਰ ਚੋਣ ਲੜੂਗਾ, ਅਤੇ ਉਹ ਖੈਰ ਆਪਾਂ ਇਸ ਦੇ ਵਿਸਤਾਰ 'ਚ ਨਹੀਂ ਜਾਣਾ, ਆਉਣ ਵਾਲੇ ਦਿਨਾਂ 'ਚ ਹੁੰਦਾ ਕੀ ਹੈ। ਪਰ ਇਹ ਗੱਲ ਪੱਕੀ ਹੈ ਕਿ ਸੁਖਬੀਰ ਬਾਦਲ ਹੁਣੀ ਬਾਹਲੀ ਕਾਹਲੀ ਕਰ ਰਹੇ ਨੇ, ਕਿਉਂਕਿ ਇਹ ਕੱਲ੍ਹ ਜੋ ਪਟਿਆਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਕਿਸਾਨਾਂ ਵੱਲੋਂ ਕਾਨਫਰੰਸ ਕੀਤੀ ਗਈ, ਉਹਦੇ ਵਿੱਚ ਵੀ ਸਰਦਾਰ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਇਹ ਗੱਲ ਕਹੀ ਹੈ ਕਿ ਸਿਆਸੀ ਪਾਰਟੀਆਂ ਸਾਰੀਆਂ ਹੀ ਕਿਸਾਨ ਅੰਦੋਲਨ ਨੂੰ ਤਾਰ ਪੀੜੋ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ, ਕਿਉਂਕਿ ਕਹਿੰਦੇ ਇਸ ਵਾਰ ਇੰਨੀ ਜਲਦੀ ਰਾਜਨੀਤਿਕ ਸਰਗਰਮੀਆਂ ਸ਼ੁਰੂ ਹੋ ਗਈਆਂ। ਅੱਗੇ ਤੇ 2-3 ਮਹੀਨੇ ਪਹਿਲਾਂ ਸ਼ੁਰੂ ਹੁੰਦੀਆਂ ਨੇ, ਹੁਣ ਤੇ ਸਾਲ ਹੀ ਪਹਿਲਾਂ ਸ਼ੁਰੂ ਹੋ ਗਈਆਂ ਸੀ, ਤਕਰੀਬਨ ਪਿਛਲੇ ਸਾਲ ਤੋਂ ਹੀ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਇਆ। ਇਹ ਕੁਝ ਖਾਸ ਖਬਰਾਂ।
लेकिन दूसरे पासे जिन्हां दा सारिਆਂ ਦਾ ਧਿਆਨ ਇਹ ਹੈ कि कल परसों जो एक खबर साडे सामने आई सी कि कांग्रेस पंजाब दे यूनिट दे इंचार्ज हरीश रावत होना ने अपनी गलबात दे विच अपने जो 5 उन्हां दे लीडर ने जिहदे विच 4 वाइस प्रेजिडेंट ने ते एक उन्हां दा प्रेजिडेंट है कांग्रेस दा, उन्हां ने अपनी गलबात दे विच 5 प्यारिਆਂ ਦੀ तुलना दे ਦਿੱਤੀ ਤੇ इस दे उत्ते विवाद खड़ा हो गया। सचमुच विवाद भी खड़ा होना सी कि इन्नियां पवित्र शख्सियतां दे लई जिहड़ा उन्हां दी तुलना जिहड़ी है करनी और खास तौर ते राजनीतिक लीडरां दी वड्डियां शख्सियतां वड्डे अहुदियां दे नाल जिन्हां नूं धार्मिक तौर ते बड़ी शरधा नाल 5 प्यारिਆਂ अगे सिर चुकदे आ और 5 प्यारिਆਂ दी जो स्थिति है साडे सभ्याचार विच साडे धर्म दे विच वो बहुत ही उच्चतम है। उन्हां दे नाल किसी दी तुलना नहीं की जा सकती। उन्हां ने सहज सुभाਅ तां कर दित्ती पर बाद दे विच उन्हां नूं महसूस कराया गया जिस दे लई उन्हां ने मुआफ़ी भी मंग लई है ते जदों कोई मुआफ़ी मंग लैंदा है तां अपनी गलती मान लैंदा है तां माफ़ करन वाला वड्डा हो जांदा है। सो इस करके उन्हां ने माफ़ी मंग के अपने आप नूं वड्डा कर लिया। माफ़ करन वाला जिहड़ा ਉਹ ਉਦੋਂ ਹੀ ਵੱਡਾ ਹੁੰਦਾ ਜੇ ਪਹਿਲਾਂ ਕਰ ਦੇਵੇ, ਪਰ ਇਸ ਸਥਿਤੀ ਦੇ ਵਿੱਚ ਕਿਉਂਕਿ ਧਾਰਮਿਕ ਭਾਵਨਾਵਾਂ ਸੀ ਇਸ ਕਰਕੇ ਸਮੇਂ ਨੂੰ ਜ਼ਿਆਦਾ ਨਹੀਂ ਖਰਾਬ ਹੋਣ ਦਿੱਤਾ ਗਿਆ। ਸੋ ਉਹਨਾਂ ਨੇ ਮਾफ़ੀ ਮੰਗ ਲਈ ਹੈ। ਖੈਰ ਇਹ ਸਿਆਣਪ ਹੈ ਉਹਨਾਂ ਦੀ, ਸਿਆਣਾ ਬੰਦਾ ਇੰਝ ਹੀ ਕਰਦਾ ਹੈਗਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਕਾਂਗਰਸ ਦੇ ਆਪਾਂ ਖਿਲਾਫ ਨਹੀਂ, ਸਿਰਫ ਬੋਲਣਾ ਵੀ ਖਿਲਾਫ ਹੀ ਬੋਲਣਾ। ਹਮੇਸ਼ਾ ਜਿਹੜੀ ਚੰਗੀ ਗੱਲ ਹੁੰਦੀ ਹੈ ਉਸ ਨੂੰ ਮੰਨ ਵੀ ਲੈਣਾ ਚਾਹੀਦਾ। ਇੱਥੇ गल हो रही सी कांग्रेस पार्टी दे दरम्यान चली कला कलेश दी और ये लग रहा सी कि नवजोत सिद्धू होनी बहुत वड्डी जित प्राप्त करने वाले ने आने वाले दिनों दे विच। लोग तय समझते सी कि शायद बहुत जल्दी वो CM की कुर्सी तक पहुँचने की जो तैयारी करते हैं शायद उन्हों की पहला आस पूरी हो जाए, पर इंज नहीं होया क्योंकि कल जो स्थितियां बनिया परसों दियां जो डिवेलपमेंट हुई ने उस तो पता यह लग रहा है कि हाई कमांड अंदर खाते कैप्टन अमरिंदर सिंह नूं चोणां तो पहला तो नहीं बदलणगे। दूसरी गल जो जिद जो तेज़ी नवजोत सिद्धू होना ने वख-वख मुद्दों ते फड़ी सी वो हुण किते ना किते ढिल्ली पैंदी दिखाई दे रही है। 18 नुकतियां की गल हुण सिद्धू साहब होना नाल अंदर खाते हुंदी है कि नहीं हुंदी, पर कैप्टन साहब ਦੇ ਨਾਲ ਹਰੀਸ਼ ਰਾਵਤ ਹੋਣੀ ਗੱਲ ਕਰਦੇ। ਔਰ ਜਦੋਂ ਹਰੀਸ਼ ਰਾਵਤ ਹੋਣੀ ਇਹ ਗੱਲ ਕਹਿੰਦੇ ਆ ਕਿ ਬਿਜਲੀ ਸਸਤੀ ਹੋਣੀ ਚਾਹੀਦੀ ਹੈ, ਬੜੀ ਅਜੀਬ ਜਿਹੀ ਗੱਲ ਹੈ ਕਿ ਜੋ ਇਸ ਖਿੱਤੇ ਦੇ ਲੀਡਰ ਨਹੀਂ ਹੈਗੇ, ਭਾਵ ਕਿ ਪੰਜਾਬ ਦੇ ਲੀਡਰ ਨਹੀਂ ਹੈਗੇ, ਉਹ ਤਾਂ ਇੰਚਾਰਜ ਕਾਂਗਰਸ ਵੱਲੋਂ ਹਾਈ ਕਮਾਂਡ ਵੱਲੋਂ ਨੇ, ਉਹ ਪੰਜਾਬ ਦੀ ਇਸ ਸਥਿਤੀ ਦੇ ਉੱਤੇ ਇਹ ਕਹਿ ਰਹੇ ਨੇ, ਕੈਪਟਨ ਸਾਹਿਬ ਨੂੰ ਸਲਾਹ ਦੇ ਰਹੇ ਨੇ, ਜਦੋਂ ਕਿ ਨਵਜੋਤ ਸਿੱਧੂ ਦੇ ਇਲਾਵਾ बहुत सारे लोगों ने पहला भी गल कहती थी कि बिजली बहुत महंगी हो चुकी है। बिजली का असल सच की है, क्यों समझौते इन्ने लम्बे हुए है, की कारण से ये बारे भी आप गल करते हैं। पर वो नवजोत सिद्धू होना वालों उठाए मुद्दों के उत्ते जी कल गल हरीश रावत होना ने की है कि हाँ जी बिजली सस्ती होनी चाहिए है, वो ना इस तरह लगती है कि कोई बंदे नूं ना खंघ बड़ी आउंदी सी ते उन्होंने किसी ने कहा भी तू सलाह लै ला किसी की, तो उन्होंने पता लग्या भी एक बंदे ने एक दुकान खोली आ, वो उत्ते लिखा है कि मुफ्त सलाह दी जाती है। वो बंदा वो कोले चलिया गया, कहता हाँ जी दसो की सेवा करिए। दुकानदार डॉक्टर से जोड़ा उत्थे बैठा, तो वह बंदा कहता जी मैनू खंघ बड़ी आती है। कहता जी फिर कहता जी तुसीं सलाह दो। तो वह जोड़ा डॉक्टर से अगे कोई डिग्री तो है नहीं सी उहदे कोले, एवें अजकल तुहानूं पता बहुत सारे डॉक्टर बन जाते हैं। तो उन्होंने कहता फिर तुसीं खंघ लिया करो। तो कहता जी मैं तो सलाह मंगी है तुहाडे तो। वो कहता यही सलाह है भी जो खंघ आवे तो खंघ लिया करो। सो हरीश रावत होना की सलाह हो जी है भी जो खंघ आवे खंघ लिया करो। कैप्टन साहब नूं कह रहे हैं कि बिजली सस्ती होनी चाहिए है, ये तो कोई बहुत वड्डी गल नहीं हैगी। ये तो सारे डिमांड करते पे आ, त्राह त्राह हो रही है, महंगाई किन्ने जोरां ते पहुँच चुकी हुई है। कल केंद्र सरकार ने गैस की सबसिडी जोड़े सिलेंडर से उन्होंने ते भी 25 रुपए वधा के 950 के नेड़े तेड़े ला दिता उन्होंने सिलेंडर। दालां सब्जियां प्याज बाकी सब कुछ महंगा हो गया। घट्टो घट्ट सरकार ते पंजाब सरकार ते लोगों दी जेबां दे विच थोड़ा बहुता पैसा रहन देवे
ਜੇਕਰ ਉਹ ਸੱਚਮੁੱਚ ਕਹਿੰਦੀ ਕਿ ਅਸੀਂ ਲੋਕਾਂ ਵਾਸਤੇ ਕੰਮ ਕਰਦੇ ਹਾਂ। ਇਸ ਦੇ ਨਾਲ ਇਹ ਮਹਿਸੂਸ ਹੋ ਰਿਹਾ ਹੈ ਕਿ ਕੈਪਟਨ ਸਾਹਿਬ ਦੀ ਹੁਣ ਦੁਬਾਰਾ ਜਿਹੜੀ ਹੈ ਉਹ ਝੰਡੀ ਹੋਣ ਜਾ ਰਹੀ ਹੈ, ਕਿਉਂਕਿ ਹਾਈ ਕਮਾਂਡ ਨੇ ਫੈਸਲਾ ਅੰਦਰ ਖਾਤੇ ਕਰ ਲਿਆ ਕਿ CM ਤੇ ਨਹੀਂ ਬਦਲਿਆ ਜਾਏਗਾ। ਤੇ ਪਤਾ ਇਹ ਲੱਗਿਆ ਕਿ ਨਵਜੋਤ ਸਿੱਧੂ ਹੋਣੀ ਕੱਲ੍ਹ, ਪੱਕਾ ਤਾਂ ਨਹੀਂ ਪਤਾ ਲੱਗਿਆ ਕਿ ਉਹ ਕੱਲ੍ਹ ਫਿਰ ਦਿੱਲੀ ਚਲੇ ਗਏ ਆ, ਹਾਈ ਕਮਾਂਡ ਨਾਲ ਜਿਹੜੀ ਹੈ ਉਹ ਗੱਲ ਕਰਨਗੇ। ਸੋ ਇੰਜ ਇਹ ਲੱਗਦਾ ਹੈ ਕਿ ਪਾਰਟੀਆਂ ਟਾਈਮ ਪਾਸ ਕਰ ਰਹੀਆਂ ਨੇ ਸਾਰੀਆਂ ਹੀ, ਕਿ ਕਿਸੇ ਢੰਗ ਨਾਲ ਅਸੀਂ ਖਿੱਚ ਧੂ ਕੇ ਸਿਆਸੀ ਇਸ ਨਜ਼ਾਰੇ ਨੂੰ ਦਸੰਬਰ ਤੱਕ ਲੈ ਜਾਈਏ। ਔਰ ਜਿਸ ਹਿਸਾਬ ਨਾਲ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਖਿੱਚਾ ਧੂ ਚੱਲੀ ਹੈ, ਉਸ ਤੋਂ ਤਾਂ ਬਿਲਕੁਲ ਹੁਣ ਸਪਸ਼ਟ ਹੋ ਰਿਹਾ ਹੈ ਕਿ ਗੱਲ ਕਿਸੇ ਸਿਰੇ ਪਾਸੇ ਨਹੀਂ ਲਾਉਣੀ ਇਹਨਾਂ ਨੇ, ਸਿਰਫ ਨਵੇਂ ਤੋਂ ਨਵਾਂ ਕੋਈ ਨਾ ਕੋਈ ਵਿਵਾਦ ਕਰਨਾ। ਸੋ ਇਹ ਸਥਿਤੀ ਬਹੁਤ ਮਾੜੀ ਹੈ। ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੈ ਕਿ ਲੋਕਾਂ ਨੇ ਤੁਹਾਡੇ ਤੋਂ ਆਸਾਂ ਰੱਖੀਆਂ ਸੀ 2017 ਦੇ ਵਿੱਚ ਕਿ ਤੁਸੀਂ ਆਉਣ ਸਾਰ ਬਹੁਤ ਵੱਡੇ ਫੈਸਲੇ ਲਓਗੇ। ਅਗਲੇ 5 ਸਾਲਾਂ ਦੇ ਵਿੱਚ, ਭਾਵ ਕਿ 2017 ਤੋਂ ਲੈ ਕੇ 22 ਤੱਕ ਲੋਕਾਂ ਨੇ ਆਸ ਰੱਖੀ ਸੀ ਕਿ ਉਹਨਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਮਿਲ ਜਾਣਗੀਆਂ, ਜ਼ਿੰਦਗੀ ਜਿਉਣੀ ਸੌਖੀ ਹੋ ਜਾਊਗੀ। ਇੱਕ ਤਾਂ ਕਰੋਨਾ ਨੇ ਲੋਕਾਂ ਦੀ ਜਾਨ ਕੱਢ ਦਿੱਤੀ ਹੈ, ਦੂਸਰਾ ਸਰਕਾਰ ਦੀਆਂ ਪਾਲਿਸੀਆਂ ਨੇ ਬਿਜਲੀ ਦੀ ਸਭ ਤੋਂ ਵੱਡੀ ਜਿਹੜੀ ਚਰਚਾ ਚੱਲੀ ਹੈ ਔਰ ਜਿਹਦੇ ਉੱਤੇ ਸਾਰੀ ਸਿਆਸਤ ਇਸ ਵਕਤ ਹੋਣ ਰਹੀ ਹੈ, ਸਾਰੀਆਂ ਪਾਰਟੀਆਂ ਇਸ ਤੇ ਲੱਗੀਆਂ ਕਿ ਕਿਸੇ ਢੰਗ ਨਾਲ 2022 ਦੀਆਂ ਚੋਣਾਂ ਵਿੱਚ ਇਹ ਮੁੱਦਾ ਕਿਵੇਂ ਕੈਸ਼ ਕਰਾਇਆ ਜਾ ਸਕਦਾ ਹੈ। ਆਪਾਂ ਗੱਲ ਕਰਦੇ ਹਾਂ, ਸਾਡੇ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ। ਕੌਣ ਨੇ ਸਾਡੇ ਨਾਲ ਇਸ ਵਕਤ? ਹੈਲੋ, ਸਤਿ ਸ਼੍ਰੀ ਅਕਾਲ ਬ੍ਰੈਡ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਜੀ? ਮੈਂ ਜੋਗਾ ਸਿੰਘ ਕੈਨੇਡਾ ਤੋਂ ਸਰੀ ਤੋਂ ਬੋਲਦਾ ਜੀ। ਜੋਗਾ ਸਿੰਘ ਜੀ। ਮੈਂ ਛੋਟੀਆਂ 3 ਜਾਂ 4 ਗੱਲਾਂ ਕਰੂੰਗਾ। ਪਹਿਲਾਂ ਮੈਂ ਕੈਪਟਨ ਤੋਂ ਸ਼ੁਰੂ ਹੋਣਾ। 2002 ਦੇ ਲਾਗੇ ਛਾਗੇ ਦੀ ਗੱਲ ਆ, ਜਿਸ ਦਾ ਪਟਿਆਲੇ ਵਾਲਾ ਮਹਿਲ ਰੰਗ ਨੂੰ ਤਰਸਦੀਆਂ ਸਿੱਧੀਆਂ ਬਾਰੀਆਂ ਦਲੇਰ ਮਹਿੰਦੀ ਨੇ ਬਾਹਰ ਕਬੂਤਰ ਭੇਜੇ ਸੀਗੇ ਜੀ। ਉਸ ਵੇਲੇ ਇਹਨੇ ਮਤਲਬ ਇੱਥੋਂ ਜੀ ਆ ਉਮਰਾਂ ਨੰਗਲ ਇੰਨੇ ਲੰਮੇ 6-6 ਫੁੱਟੇ ਜਵਾਨ ਬੰਬੇ ਨੂੰ ਗਏ। ਇਸ ਵੇਲੇ ਇਹਨੇ 3 ਕਰੋੜ ਤਾਂ ਮਤਲਬ ਕਾਗਜ਼ਾਂ ਚ ਆਉਂਦਾ ਨਾ ਲਿਆ, ਹੋ ਸਕਦਾ ਕਿੰਨਾ ਲਿਆ। ਉਦੋਂ ਤੋਂ ਇਹ ਜਾਣੀ ਕਿ ਸਮਝ ਲਓ ਵੀ ਜਾਣੀ ਪਟਿਆਲੇ ਵਾਲੇ ਮਹਿਲ ਨੂੰ ਵੀ ਰੰਗ ਰੋਗਨ ਹੋਣ ਲੱਗ ਪਿਆ। ਜੀ। ਤੇ ਉਸ ਤੋਂ ਬਾਅਦ ਇਹ ਗੱਲ ਛੱਡ ਦਿੰਦੇ ਆ। ਤੇ ਆਪਣੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਕੁੱਤੀ ਚੋਰਾਂ ਨਾਲ ਰਲ ਗਈ, ਅੱਜ ਕੱਲ ਕੁੱਤੀ ਚੋਰਾਂ ਨਾਲ ਨਹੀਂ, ਚੋਰ ਕੁੱਤੀ ਨਾਲ ਰਲ ਗਿਆ। ਤੇ ਬਾਕੀ ਕੈਪਟਨ ਮੈਂ ਕੋਈ ਪੰਡਤ ਨਹੀਂ ਹੈਗਾ ਵੀ ਹੱਥ ਦੇਖਦਾ ਆ। ਮੈਂ ਇਹ ਤੁਹਾਨੂੰ ਵਿੱਚੋਂ ਵਿੱਚ ਹੀ ਦੱਸਦਾ ਵੀ ਇਹ ਜੜ੍ਹਾਂ ਵੱਢ ਹੋ ਰਹੀਆਂ, ਕੈਪਟਨ ਮੁੜ ਕੇ ਨਹੀਂ ਆਉਂਦਾ। ਮੇਰੇ ਤੋਂ ਅੱਜ ਇਹ ਗੱਲ ਸੁਣ ਲਓ, ਇਹ ਜਿਹੜੀ ਰਾਜਨੀਤੀ ਆ ਇਹ ਬੜੀ ਮਤਲਬ ਬੜੀ ਗੁੰਝਲੀ ਹੁੰਦੀ ਆ। ਇਹ ਚੱਲਿਆ ਤੀਰਿਆ, ਕੈਪਟਨ ਨਹੀਂ ਆਉਂਦਾ ਜੀ। ਬਸ ਇੰਨਾ ਕਹੂੰਗਾ। ਸਤਿ ਸ਼੍ਰੀ ਅਕਾਲ। ਇੱਥੇ ਮੈਂ ਤੁਹਾਨੂੰ ਰਾਜਨੀਤੀ ਬਾਰੇ ਇੱਕ ਗੱਲ ਜਿਹੜੀ ਆ ਉਹ ਦੱਸਣਾ ਸੀ। ਮੈਂ ਪੜ੍ਹ ਰਿਹਾ ਸੀ ਕਿਤੇ, ਮਾਰਕ ਟਵੇਨ ਹਾਸਰਸ ਦੇ ਬਹੁਤ ਵਧੀਆ ਲੇਖਕ ਹੋਏ ਨੇ ਅਮਰੀਕਾ ਦੇ, ਤੇ ਜਰਨਲਿਸਟ ਨੇ, ਲੈਕਚਰਰ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਰਾਜਨੀਤਿਕ ਲੋਕ ਹੈ ਨਾ, ਉਹਨਾਂ ਬਾਰੇ ਬੜੀ ਵਧੀਆ ਗੱਲ ਕੀਤੀ ਹੈ, ਲੋਕਾਂ ਬਾਰੇ ਵੀ ਤੇ ਰਾਜਨੀਤਿਕ ਲੋਕਾਂ ਬਾਰੇ ਵੀ। ਉਹ ਕਹਿੰਦੇ ਆ ਕਿ ਲੋਕਾਂ ਨੂੰ ਇਹ ਕਨਵਿੰਸ ਕਰਾਉਣਾ ਬੜਾ ਔਖਾ ਹੈ ਕਿ ਤੁਹਾਨੂੰ ਰਾਜਨੀਤਿਕ ਲੋਕ ਮੂਰਖ ਬਣਾ ਰਹੇ ਆ। ਲੋਕਾਂ ਨੂੰ ਇਹ ਗੱਲ ਕਨਵਿੰਸ ਕਰਾਉਣੀ ਆਮ ਬੰਦੇ ਨੂੰ ਬੜਾ ਮੁਸ਼ਕਿਲ ਹੈ ਕਿ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ, ਪਰ ਲੋਕਾਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ। ਇਹ ਸਾਡੇ ਲੀਡਰਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਲੋਕਾਂ ਨੂੰ ਮੂਰਖ ਬਣਾਉਣਾ ਕਿੰਨਾ ਸੌਖਾ ਹੈ, ਔਰ ਅਸੀਂ ਬਣ ਰਹੇ ਹਾਂ। ਕਿੰਨਾ ਚਿਰ ਬਣਦੇ ਰਹਾਂਗੇ ਇਹ ਤਾਂ ਜਿਹੜਾ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਜਾਗਦੇ ਆ ਕਿ ਨਹੀਂ। ਹੈਲੋ, ਹਾਂਜੀ, ਕੌਣ ਬੋਲ ਰਹੇ ਹੋ? ਹੈਲੋ, ਹਾਂਜੀ, ਬੋਲੋ, ਤੁਸੀਂ ਕੌਣ ਬੋਲਦੇ ਹੋ? ਲਾਈਨ ਤੇ ਇਸ ਵਕਤ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਲਾਸ ਐਂਜਲਸ ਤੋਂ ਅਰਜ਼ ਕਰਦਾ ਜੀ। ਸ਼ਮਸ਼ੇਰ ਸਿੰਘ ਜੀ। ਦੇਖੋ ਜੀ, ਆਪਣੇ ਸਿੱਧੂ ਸਾਹਿਬ ਬਹੁਤ ਗੋਲਡਨ ਚਾਂਸ ਮਤਲਬ ਕਰ ਚੁੱਕੇ ਨੇ, ਖਤਮ ਕਰ ਚੁੱਕੇ ਨੇ। ਕੁਝ ਸਮਾਂ ਪਹਿਲਾਂ ਜਦੋਂ ਉਹਨਾਂ ਨੂੰ ਬਿਜਲੀ ਮਹਿਕਮੇ ਦੀ ਮੰਤਰੀਸ਼ਿਪ ਦੀ ਆਫਰ ਹੋਈ ਸੀ, ਉਦੋਂ ਉਹਨਾਂ ਨੂੰ ਬਿਜਲੀ ਮਹਿਕਮਾ ਪ੍ਰਵਾਨ ਕਰਕੇ ਬਿਜਲੀ ਮਹਿਕਮੇ ਦੇ ਵਿੱਚ ਜੋ ਊਣਤਾਈਆਂ ਸੀ ਜਾਂ ਜਿਹੜੇ ਵੀ ਗਲਤ ਫੈਸਲੇ ਹੋਏ ਸੀ, ਉਹਨਾਂ ਤੇ ਰਿਪੋਰਟ ਤਿਆਰ ਕਰਕੇ ਇੱਕ ਮਤਾ ਬਣਾਉਂਦੇ, ਮਤੇ ਨੂੰ ਮੰਤਰੀ ਮੰਡਲ ਦੇ ਵਿੱਚ ਪੇਸ਼ ਕਰ
ਅਗਰ ਮੰਤਰੀ ਮੰਡਲ ਕੋਈ ਆਨਾਕਾਨੀ ਕਰਦਾ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਨਹੀਂ ਕਰਦੇ, ਫਿਰ ਉਹਦੀ ਗੱਲ ਜਾ ਵਜਨ ਸੀ ਕਿ ਮੈਂ ਇੱਟ ਨਾਲ ਇੱਟ ਖੜਕਾ ਦੂਗਾ। ਹੁਣ ਜਿਹੜੀ ਇੱਟ ਨਾਲ ਆਈ ਆ, ਇਹਦੇ ਸੋਨੀਆ ਗਾਂਧੀ ਦੇ ਜਿਹੜੇ ਤਿੰਨੇ ਥੰਮ ਨੇ, ਉਹਨਾਂ ਦਾ ਪੁੱਤਰ ਤੇ ਬੇਬੀ, ਉਹ ਤਿੰਨੇ ਹੀ ਨਾਰਾਜ਼। ਲੇਟੈਸਟ ਖਬਰ ਆ ਕਿ ਦਿੱਲੀ ਵਾਲਿਆਂ ਨੇ ਸਿੱਧੂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਦਿੱਲੋਂ ਵਾਪਸ ਚੰਡੀਗੜ੍ਹ ਆ ਗਿਆ ਸਿੱਧੂ। ਥੈਂਕ ਯੂ ਵੈਰੀ ਮਚ ਜੀ। ਇਸ ਸਾਰੇ ਪ੍ਰਕਰਨ ਦੇ ਵਿੱਚ ਇਹ ਸਾਰੀ ਜੋ ਕਹਾਣੀ ਚੱਲਦੀ ਪਈ ਹੈ, ਨੁਕਸਾਨ ਸਿਰਫ ਤੇ ਸਿਰਫ ਆਮ ਪੰਜਾਬੀ ਦਾ ਤੇ ਸਮੁੱਚੇ ਤੌਰ ਤੇ ਪੰਜਾਬ ਦਾ ਹੋ ਰਿਹਾ ਹੈ। ਇਹਨਾਂ ਪਾਰਟੀਆਂ ਦੀ ਕੋਸ਼ਿਸ਼ ਇਹੀ ਹੈ, ਲੀਡਰਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਲੋਕਾਂ ਨੂੰ ਸਿਰਫ ਤੇ ਸਿਰਫ ਮਸਾਲੇਦਾਰ ਗੱਲਾਂ ਦੇ ਦਿੱਤੀਆਂ ਜਾਣ, ਲੋਕੀ ਸੱਥਾਂ 'ਚ ਬਹਿ ਕੇ ਕਰਦੇ ਰਹਿਣ, ਅਖਬਾਰਾਂ 'ਚ ਛਪ ਜਾਣ, 2-2 3 ਦਿਨ ਬਹਿਸ ਹੁੰਦੀ ਰਹਿੰਦੀ ਹੈ, ਗੱਲ ਚੱਲਦੀ ਰਹਿੰਦੀ ਹੈ, ਫਿਰ ਕੋਈ ਨਵਾਂ ਸ਼ੋਸ਼ਾ ਛੱਡ ਦਿੱਤਾ ਜਾਂਦਾ। ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਬਿਲਕੁਲ ਦੋਸ਼ੀ ਸਾਬਤ ਹੋ ਰਹੀ ਹੈ ਕਿ ਤੁਸੀਂ ਬਜਾਏ ਇਸ ਤੇ ਕਿ ਸਰਕਾਰ ਨੂੰ ਕਿਸੇ ਪ੍ਰੈਸ਼ਰ 'ਚ ਲਿਆ ਕੇ ਕੁਝ ਕੰਮ ਕਰਵਾ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਜਾਣ, ਹੋ ਇਹ ਰਿਹਾ ਕਿ ਸਿਰਫ ਤੇ ਸਿਰਫ ਸਮਾਂ ਪਾਸ ਕੀਤਾ ਜਾ ਰਿਹਾ। ਅਸੀਂ ਵਾਰ-ਵਾਰ ਇਹ ਗੱਲ ਕਰਦੇ ਹਾਂ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ ਸੀ ਕਿ ਸਿਆਸੀ ਪਾਰਟੀਆਂ ਸਾਰੀਆਂ ਨੇ, ਅਸੀਂ ਗੱਲ ਜੋੜਦੇ ਹਾਂ ਇਹਨੂੰ ਕਿਸਾਨ ਅੰਦੋਲਨ ਦੇ ਨਾਲ, ਕਿ ਕਿਸਾਨ ਅੰਦੋਲਨ ਨੂੰ ਤਾਰ ਪੀਡੋ ਭਾਵੇਂ ਉਹਨਾਂ ਨੇ ਜਾਣਬੁੱਝ ਕੇ ਨਹੀਂ ਕਰਨ ਦੀ ਪਲੈਨਿੰਗ ਕੀਤੀ ਹੋਣੀ, ਪਰ ਜੋ ਉਹਨਾਂ ਦੀਆਂ ਕਾਰਵਾਈਆਂ ਨੇ ਉਹ ਸਾਰੀਆਂ ਕਿਸਾਨ ਅੰਦੋਲਨ ਤੇ ਕਿਵੇਂ ਪੁੱਠੀਆਂ ਪੈ ਰਹੀਆਂ ਨੇ। ਸਾਰੀਆਂ ਪਾਰਟੀਆਂ ਵੱਲੋਂ ਕਿਸੇ ਕਿਸਮ ਦੀ ਕੋਈ ਕੋਸ਼ਿਸ਼ ਨਹੀਂ ਹੈਗੀ ਕਿ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾਵੇ। ਸਿਰਫ ਤੇ ਸਿਰਫ ਅਖਬਾਰਾਂ ਤੇ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਤਾਂ ਕੰਮ ਹੋ ਰਿਹਾ ਹੈ, ਪਰ ਗਰਾਊਂਡ ਲੈਵਲ ਤੇ ਸਰਕਾਰ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਸਿਵਾਏ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਰੌਲਾ ਪਾਉਣ ਤੋਂ ਇਲਾਵਾ ਕੋਈ ਕੰਮ ਜਿਹੜਾ ਉਹ ਨਹੀਂ ਹੋਇਆ। ਇਸ ਦੇ ਨਾਲ ਜਿਹੜੀ ਸਭ ਤੋਂ ਵੱਡੀ ਅਸੀਂ ਸਮੱਸਿਆ ਦੀ ਗੱਲ ਕਰ ਚੁੱਕੇ ਹਾਂ ਕਿ ਬਿਜਲੀ ਵਾਲਾ ਇੰਨਾ ਵੱਡਾ ਮਸਲਾ ਕਿਉਂ ਬਣਿਆ, ਕਿਉਂਕਿ ਬਿਜਲੀ ਮਹਿੰਗੀ ਇੰਨੀ ਹੋ ਗਈ ਹੈ। ਅਕਾਲੀ ਦਲ ਭਾਵੇਂ ਇਹ ਗੱਲ ਕਹਿੰਦਾ ਕਿ ਅਸੀਂ ਤੇ ਜੀ 2 ਰੁਪਏ 86 ਪੈਸੇ, 3 ਰੁਪਏ 40 ਪੈਸੇ, 50 ਪੈਸੇ ਬਿਜਲੀ ਦੇ ਸਮਝੌਤੇ ਕੀਤੇ ਸੀ, ਪਰ ਉਹ ਸਮਝੌਤੇ ਸੱਚਮੁੱਚ ਇੰਨੇ ਤੇ ਨਹੀਂ ਸੀ ਹੋਏ। ਉਹ ਤਾਂ ਸਿਰਫ ਇੱਕ ਇਕੁਏਟਡ ਰੇਟ ਹੁੰਦਾ ਹੈ ਜਿਹੜਾ ਕਿ ਟੈਕਨੀਕਲੀ ਟੈਂਡਰ ਦੇ ਵਿੱਚ ਦੇਣਾ ਹੁੰਦਾ, ਉਹ ਹੀ ਸਿਰਫ ਉਹ ਰੇਟ ਸੀ। ਉਹਦੇ ਉੱਤੇ ਖਰਚੇ ਕਿੰਨੇ ਪੈਣੇ ਸੀ, ਉਹਦੇ ਨਾਲ ਹੋਰ ਬਹੁਤ ਸਾਰੀਆਂ ਮਦਾਂ ਜੁੜਨੀਆਂ ਸੀ ਤੇ ਫਿਰ ਉਹਨੇ ਰੇਟ ਬਣਨਾ ਸੀ। ਅੱਜ ਦੀ ਤਾਰੀਖ ਦੇ ਵਿੱਚ ਤੁਹਾਨੂੰ ਬਿਜਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਿੰਨੀ ਮਹਿੰਗੀ ਮਿਲ ਰਹੀ ਆ, ਤੁਸੀਂ ਆਪਣੇ ਬਿੱਲਾਂ ਤੇ ਜਰਾ ਝਾਤੀ ਮਾਰਿਓ। ਬਿੱਲ ਦੇ ਪਿਛਲੇ ਪਾਸੇ ਲਿਖਿਆ ਹੁੰਦਾ ਕਿ ਪਹਿਲੇ 100 ਯੂਨਿਟ ਕਿੰਨੇ ਦੇ ਆ, 200 ਯੂਨਿਟ ਤੱਕ ਫਿਰ ਕੀ ਰੇਟ ਹੈ, 400 ਕੀ ਹੈ ਤੇ ਉਸ ਤੋਂ ਉੱਪਰ ਵਾਲਾ ਕੀ ਰੇਟ ਹੈ ਤੇ ਕਿਹੜਾ ਤੁਹਾਨੂੰ ਸੈਸ ਲੱਗਦਾ। ਸੋ ਇਹ ਰਲਾ ਮਿਲਾ ਕੇ 10 ਤੋਂ ਉੱਪਰ ਤੁਹਾਨੂੰ ਬਿਜਲੀ ਪੈ ਰਹੀ ਆ। 8 ਰੁਪਏ ਤਾਂ ਖਰਚਾ ਹੀ ਪੈ ਰਿਹਾ। ਬਿਜਲੀ ਬਾਹਰੋਂ ਮਹਿੰਗੀ ਵੀ ਖਰੀਦੀ ਜਾ ਰਹੀ ਹੈ, ਫਿਰ ਉਹਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ ਕਈ ਤਰ੍ਹਾਂ ਦੇ ਖਰਚੇ। ਡਿਊਟੀ ਹੈ, ਉਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਵਾਲਾ ਟੈਕਸ ਵੀ ਲੱਗਦਾ ਹੈ, ਉਹਦੇ ਵਿੱਚ ਤੁਹਾਨੂੰ ਗਊ ਸੈਸ ਲੱਗਦਾ, ਇਨਫਰਾਸਟ੍ਰਕਚਰ ਟੈਕਸ ਲੱਗਦਾ। ਛੋਟੇ ਟੈਕਸ ਲਾ ਕੇ ਤੁਹਾਡੀ ਬਿਜਲੀ ਜਿਹੜੀ ਆ ਉਹ ਮਹਿੰਗੀ ਹੋ ਰਹੀ ਹੈ। ਇਹ ਬਿਜਲੀ ਮਹਿੰਗੀ ਹੋਣ ਦੇ ਪਿੱਛੇ ਜਿਹੜੀ ਗੱਲ ਕੀਤੀ ਜਾਂਦੀ ਹੈ ਜੀ ਅਸੀਂ ਤਾਂ ਬਹੁਤ ਨੁਕਸਾਨ ਭੁਗਤ ਰਹੇ ਹਾਂ, ਉਹਦੀ ਗੱਲ ਵੀ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਪਰ ਸਾਡੇ ਨਾਲ ਇੱਕ ਦਰਸ਼ਕ ਨੇ ਚੱਲਦੇ ਬ੍ਰੇਕ ਤੋਂ ਪਹਿਲਾਂ ਗੱਲ ਕਰ ਲਈਏ। ਹੈਲੋ। हाँ जी, सत श्री अकाल जी। सत श्री अकाल जी। मैं कनेडा ਤੋਂ ਬੋਲਦਾ। ਵੀ ਗੱਲ ਇਹ ਹੈ, ਮੈਂ ਕਹਿਣੀ ਤੁਹਾਨੂੰ ਜੀ ਅਲਵਾਟਾ ਤੋਂ ਵੀ ਇਹ ਜੋ ਤੁਸੀਂ ਸਿੱਧੂ ਨੂੰ ਕਹਿੰਦੇ ਜਿਹੜੇ ਵੀ, ਮੈਂ ਵੀ ਕਹਿਣਾ ਵਿੱਚ ਸਾਰੇ ਕਹਿੰਦੇ ਵੀ ਇਹਨੂੰ ਬਿਜਲੀ ਦਾ ਮਹਿਕਮਾ ਸਾਂਭ ਲੈਣਾ ਚਾਹੀਦਾ ਸੀਗਾ। ਉਹ ਨਾ ਬੜੀ ਸਿਆਣਪ ਕਰੀ ਉਹਨੂੰ ਪਤਾ ਸੀ ਵੀ ਇਹ ਸਮਝੌਤੇ ਰੱਦ ਹੋਣੇ ਨਹੀਂ ਜੀ, ਵੀ ਇਹਦਾ ਮੇਰੇ ਗੱਲ ਚ ਪਾ ਪੈ ਜਾਣਾ, ਵੀ ਮੈਨੂੰ ਬੜਾ ਪੰਗਾ ਪੈ ਜਾਣਾ ਜੀ। ਉਹਨੇ ਤਾਂ ਨਹੀਂ ਕਰੇ। ਦੂਜੀ ਗੱਲ ਇਹ ਹੈ ਵੀ ਜਿਹੜੀ ਮਹਿੰਗਾਈ ਦੀ ਗੱਲ ਕਰਦੇ ਆ ਵੀ ਮਹਿੰਗਾਈ ਵਧੀ ਜਾਣੀ ਕਿਉਂਕਿ ਇਹ ਜਿੰਨੇ ਵੀ ਲੀਡਰ ਹੈ ਭਾਵੇਂ ਕਿਸੇ ਵੀ ਪਾਰਟੀ ਦੇ ਹੈ, ਇਹ ਸਾਰਾ ਕੁਝ ਪ੍ਰਾਈਵੇਟ ਕਰਨਾ ਚਾਹੁੰਦੇ ਕਿਉਂਕਿ ਇਹਨਾਂ ਦੇ ਸ਼ੇਅਰ ਹੈ ਵਿੱਚ ਜੀ ਦੀ ਟੇਬਲ। ਹੁਣ ਬਿਜਲੀ ਵਿੱਚ ਵੀ ਜਿਹੜਾ ਉਹਨਾਂ ਨੇ 25 ਸਾਲ ਦਾ ਕਰਿਆ ਵਾ ਕੰਟਰੈਕਟ, ਅਕਾਲੀ ਦਲ ਹੈ, ਸੁਖਬੀਰ ਬਾਦਲ ਹੈ, ਉਹਦਾ ਵੀ ਸ਼ੇਅਰ ਹੈ ਵਿੱਚ। ਕਿਉਂਕਿ ਉਹ ਪਿਛਲੀ ਵਾਰੀ ਜਦੋਂ ਉਹਨਾਂ ਦੀ ਪਾਰਟੀ ਸੀ ਉਹਨਾਂ ਨੇ ਬਿਜਲੀ ਸਸਤੀ ਤਾਂ ਰੱਖੀ, ਉਹ ਸ਼ੇਅਰ ਉਹਨਾਂ ਨੇ ਪਿੱਛੇ ਹਟਾ ਰੱਖਿਆ ਵਾ ਜੀ। ਜਦੋਂ ਕਾਂਗਰਸ ਪਾਰਟੀ ਆਈ ਤੇ ਉਹਨਾਂ ਨੇ ਆਪਣਾ ਸ਼ੇਅਰ ਕੱਢਣ ਲੱਗੇ ਵਿੱਚੋਂ, ਤੇ ਉਹਦੇ ਪੈਸੇ ਚੱਕਣੇ ਨੇ ਉਹਨਾਂ ਨੇ ਕੰਪਨੀ ਨੇ
ਵੀ ਉਹਨਾਂ ਦਾ ਸ਼ੇਅਰ ਦੇ ਪੈਸੇ ਦੇਣੇ ਆ ਅੰਦਰ ਦੀ ਟੇਬਲ, ਤਾਂ ਫਿਰ ਉਹਨਾਂ ਨੂੰ ਤਾਂ ਬਿਜਲੀ ਮਹਿੰਗੀ ਕਰ ਬਿਲਕੁਲ, ਦੇਣੀ। ਜਦੋਂ ਮੌਕਾ ਮਿਲਦਾ ਹੋਵੇ, ਜਦੋਂ ਮੌਕਾ ਮਿਲਦਾ ਹੋਵੇ ਉਦੋਂ ਐਕਸ਼ਨ ਲੈਣਾ ਬਣਦਾ ਹੈ। ਬਾਅਦ ਦੇ ਵਿੱਚ ਪਾਣੀ ਦੇ ਵਿੱਚ ਡਾਂਗਾ ਮਾਰਨ ਨਾਲ ਕੁਝ ਨਹੀਂ ਬਣਦਾ, ਸੱਪ ਲੰਘ ਗਿਆ। ਹੁਣ ਲਕੀਰ ਨੂੰ ਕੁੱਟਣਾ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਤੁਹਾਡਾ ਫੇਰ ਸਵਾਗਤ ਹੈ। ਤੇ ਕੱਲ ਪੰਜਾਬ ਦੀ ਆਪਾਂ ਕਰਨੀ ਚਾਹਾਂਗੇ, ਕਿਉਂਕਿ ਜੋ ਮੁੱਦੇ ਭਖੇ ਹੋਏ ਹੈ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਗਰਮ ਹੋ ਕੇ ਔਰ ਸਾਰਿਆਂ ਦੀਆਂ ਜ਼ੁਬਾਨਾਂ ਦੇ ਉੱਤੇ ਚਰਚਾ ਹੈ, ਬਿਜਲੀ ਵਾਲਾ ਜੁੜਿਆ ਹੈ ਮਹਿੰਗਾਈ ਦੇ ਨਾਲ ਤੇ ਕਾਂਗਰਸ ਵੱਲੋਂ 2017 ਕੀਤੇ ਵਾਅਦਿਆਂ ਦੇ ਨਾਲ। ਇੱਥੇ ਤੁਹਾਨੂੰ ਅਸੀਂ ਇੱਕ ਗੱਲ ਦੱਸਣੀ ਚਾਹੁੰਦੇ ਹਾਂ ਕਿ ਜਦੋਂ ਸਰਕਾਰ ਆਈ ਸੀ, ਤੁਹਾਨੂੰ ਪਤਾ ਹੈ ਕਿ ਵਾਅਦਾ ਕੀਤਾ ਸੀ ਇਹਨਾਂ ਨੇ ਕਿ ਅਸੀਂ ਜੋ ਸਮਝੌਤੇ ਹੋਏ ਆ ਬਿਜਲੀ ਦੇ ਉਹਨਾਂ ਨੂੰ ਰੱਦ ਕਰ ਦਿਆਂਗੇ, ਜਿਹੜੇ ਅਕਾਲੀ ਸਰਕਾਰ ਨੇ ਕੀਤੇ ਸੀ। ਤੇ ਹੁਣ ਕੈਪਟਨ ਸਾਹਿਬ ਦਾ ਬਿਆਨ ਆ ਗਿਆ ਕਿ 122 ਸਮਝੌਤੇ ਹੋਏ ਆ, ਉਹ ਰੱਦ ਨਹੀਂ ਕੀਤੇ ਜਾ ਸਕਦੇ। ਤੇ 122 ਸਮਝੌਤੇ ਰੱਦ ਕਰਨ ਦੀ ਕਿਸੇ ਨੇ ਕਦੇ ਮੰਗ ਵੀ ਨਹੀਂ ਕੀਤੀ। ਗੱਲ ਤੇ ਇਹ ਹੋਈ ਸੀ ਕਿ ਜਿਹੜੇ ਪ੍ਰਾਈਵੇਟ ਪਲਾਂਟ ਲਾਏ ਗਏ ਸੀ ਅਕਾਲੀ ਸਰਕਾਰ ਵੇਲੇ, ਉਹਨਾਂ ਦੇ ਨਾਲ ਹੋਏ ਸਮਝੌਤਿਆਂ ਦੀ ਗੱਲ। ਹੁਣ ਗੱਲ ਇਹ ਹੈ ਕਿ ਇਹ ਕਿਹਾ ਜਾ ਰਿਹਾ ਕਿ ਬੜੇ ਲੰਮੇ ਸਮਝੌਤੇ ਕਰ ਲਏ ਆ, 25 ਸਾਲਾਂ ਦੇ ਸਮਝੌਤੇ ਕਰ ਲਿਆ। ਜਦੋਂ ਕੋਈ ਕੰਪਨੀ ਆਪਣਾ ਪੈਸਾ ਇਨਵੈਸਟ ਕਰਦੀ ਹੈ ਤੇ ਕੋਈ 2 4 5 10 ਸਾਲਾਂ ਵਾਸਤੇ ਨਹੀਂ ਕਰਦੀ ਹੈਗੀ, ਉਹ ਲੰਮੀ ਰੇਸ ਦੇ ਘੋੜੇ ਹੁੰਦੇ ਆ ਤੇ ਤਾਂ ਹੀ ਉਹਨਾਂ ਨੂੰ ਮੁਨਾਫਾ ਹੋਣਾ ਹੈ। ਕਰੋੜਾਂ ਹਜ਼ਾਰਾਂ ਕਰੋੜਾਂ ਰੁਪਈਆ ਕਿਸੇ ਨੇ ਲਾਉਣਾ ਹੈ, ਕੋਈ ਵੀ ਹੋਵੇ। ਅਸੀਂ ਇਹ ਨਹੀਂ ਕਹਿੰਦੇ ਕੰਪਨੀ ਦੇ ਹੱਕ ਵਿੱਚ ਗੱਲ ਕਰਦੇ, ਅਸੀਂ ਕਰਦੇ ਹਾਂ। ਕੋਈ ਵੀ ਤੁਸੀਂ ਵੀ ਕਿਤੇ ਪੈਸਾ ਲਾਉਣਾ ਹੋਵੇ ਤਾਂ ਤੁਸੀਂ ਸੋਚਦੇ ਹੋ ਕਿ ਲੰਮੇ ਸਮੇਂ ਲਈ ਲੱਗੇ ਤਾਂ ਕਿ ਰਿਟਰਨ ਜਿਹੜੀ ਆ ਹੌਲੀ ਹੌਲੀ ਵਾਪਸ ਆ ਕੇ ਉਹਨਾਂ ਨੂੰ ਮੁਨਾਫਾ ਹੋਵੇ। ਇਹ ਕੰਪਨੀਆਂ ਦੇ ਨਾਲ 25 ਸਾਲਾਂ ਦੇ ਸਮਝੌਤੇ ਕਿਉਂ ਹੋਏ? ਉਹਦੇ ਪਿੱਛੇ ਕਾਰਨ ਕੀ ਹੈ? ਸਾਡੇ ਨਾਲ ਇੱਕ ਬਿਜਲੀ ਬੋਰਡ ਦੇ ਰਿਟਾਇਰਡ ਸੀਨੀਅਰ ਆਫੀਸਰ ਲੈਵਲ ਦੇ ਇੱਕ ਵਿਅਕਤੀ ਨੇ ਸਾਨੂੰ ਇਹ ਦੱਸਿਆ ਕਿ ਇਹ ਕੰਪਨੀਆਂ ਛੋਟਾ ਸਮਝੌਤਾ ਕਰ ਹੀ ਨਹੀਂ ਸਕਦੀਆਂ। ਇਹ ਉਹਨਾਂ ਦੀ ਮੱਦ ਸੀ ਪਹਿਲੀ, ਤਾਂ ਹੀ ਸਮਝੌਤੇ ਹੋ ਸਕਦੇ ਆ। ਤੇ ਉਸ ਵਕਤ ਸਰਕਾਰ ਨੂੰ ਇਹ ਗੱਲ ਮੰਨਣੀ ਪਈ ਕਿ 25 ਸਾਲਾਂ ਤੋਂ ਘੱਟ ਸਮਝੌਤਾ ਨਹੀਂ ਕਰਨਾ। ਕਾਰਨ ਇਹ ਸੀ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਇੰਨਾ ਪੈਸਾ ਲਾਉਂਦੀਆਂ ਨੇ, ਉਹ ਸਾਰਾ ਪੈਸਾ ਪੱਲਿਓਂ ਨਹੀਂ ਲਾਉਂਦੀਆਂ। ਉਹ ਕਈ ਵਾਰੀ ਪਬਲਿਕ ਤੋਂ ਪੈਸਾ ਲੈਂਦੀਆਂ ਨੇ, ਔਰ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਬੈਂਕ ਇਹਨਾਂ ਕੰਪਨੀਆਂ ਨੂੰ ਲੰਮੇ ਸਮੇਂ ਦੀ ਮਿਆਦ ਵਾਲੇ ਕਰਜ਼ੇ ਦਿੰਦੇ ਆ। ਸੋ ਇਹਨਾਂ ਕੰਪਨੀਆਂ ਨੂੰ 25 ਸਾਲਾਂ ਦਾ ਸਮਝੌਤਾ ਕਰਨਾ ਬਹੁਤ ਜ਼ਰੂਰੀ ਸੀ, ਨਹੀਂ ਤੇ ਕਿਸੇ ਬੈਂਕ ਨੇ ਇਹਨਾਂ ਨੂੰ ਇੰਨਾ ਕਰਜ਼ਾ ਦੇਣਾ ਹੀ ਨਹੀਂ ਸੀ। ਸੋ ਇਹ ਇੱਕ ਮਜਬੂਰੀ ਸੀ ਕੰਪਨੀਆਂ ਦੀ, ਔਰ ਉਸ ਮਜਬੂਰੀ ਨੂੰ ਸਰਕਾਰ ਨੇ ਮੰਨ ਕੇ 25 ਸਾਲਾਂ ਦੇ ਸਮਝੌਤੇ ਕਰ ਦਿੱਤੇ। ਇਹਦੇ ਨਾਲ ਜਿਹੜਾ ਥਰਮਲ ਪਲਾਂਟ ਬਠਿੰਡੇ ਦੇ ਵਿੱਚ ਬੰਦ ਕੀਤਾ, ਉਹ ਆਪਣੀ ਮਿਆਦ ਜ਼ਰੂਰ ਪੁਗਾ ਚੁੱਕਿਆ ਹੋਇਆ ਸੀ, ਪਰ ਬੰਦ 2018 ਦੇ ਵਿੱਚ ਉਹਨੂੰ ਕਲੋਜ਼ ਕਰ ਦਿੱਤਾ ਗਿਆ। ਉਸ ਤੋਂ ਪਹਿਲਾਂ ਉਹਦੇ ਉੱਤੇ 750 ਕਰੋੜ ਰੁਪਈਆ ਖਰਚ ਕੀਤਾ ਗਿਆ ਸੀ ਉਹਨੂੰ ਰੈਨੋਵੇਟ ਕਰਨ ਵਾਸਤੇ, ਜਿਹਦੇ ਤੋਂ ਕਈ ਸਾਲ ਤੱਕ ਉਹਦੇ ਤੋਂ ਬਿਜਲੀ ਲਈ ਜਾ ਸਕਦੀ ਸੀ। ਪਰ ਕਿਉਂਕਿ ਸਰਕਾਰ ਉੱਤੇ ਅੰਦਰੂਨੀ ਜਾਂ ਬਹਿਰੂਨੀ ਪ੍ਰੈਸ਼ਰ ਸੀ ਕਿ ਉਹ ਜ਼ਮੀਨ ਕਿਵੇਂ ਹੁਣ ਉਹਨਾਂ ਨੇ ਅੱਗੇ ਵੇਚਣੀ ਹੈ ਤੇ ਵੇਚ ਕੇ ਫਿਰ ਪੈਸੇ ਕਮਾਉਣੇ ਆ, ਉਹਦੇ ਅੰਦਰ ਉਸ ਪ੍ਰੈਸ਼ਰ ਦੇ ਥੱਲੇ ਉਹ ਬੰਦ ਹੋਇਆ। ਨਵੇਂ ਸਮਝੌਤੇ ਹੋਏ ਤੇ ਤੁਹਾਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ। ਔਰ ਬਿਜਲੀ ਵੀ ਮਹਿੰਗੀ ਕਿਉਂ ਮਿਲ ਰਹੀ ਹੈ, ਇਹਦੇ ਵੀ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਤੁਹਾਨੂੰ ਵਿਸਥਾਰ ਦੇ ਵਿੱਚ ਥੋੜੀ ਜਿਹੀ ਗੱਲ ਹੋਰ ਦੱਸਦੇ ਹਾਂ। ਸਾਡੇ ਨਾਲ ਕਾਲਰ ਨੇ, ਇੱਕ ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਨੇਟ ਸਾਹਿਬ, ਮੈਂ ਹਰਭਜਨ ਬੋਲਦਾ ਕੈਨੇਡਾ ਕੈਲਗਰੀ ਤੋਂ। ਜੀ ਭਜਨ ਜੀ, ਜੀ ਆਇਆਂ ਨੂੰ। ਹਾਂਜੀ, ਤੁਹਾਡੀ ਪਹਿਲਾਂ ਟਾਕ ਚੱਲਦੀ ਸੀ ਬ੍ਰੇਕ ਤੋਂ ਪਹਿਲਾਂ, ਉਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਹਾਂਜੀ, ਪਹਿਲੀ ਗੱਲ ਤਾਂ ਜਿਹੜਾ ਸਿੱਧੂ ਸਾਹਿਬ ਹੈਗੇ ਆ, ਉਹਨਾਂ ਬਾਰੇ ਜੋ ਉਹਨਾਂ ਦੀ ਰੈਪੂਟੇਸ਼ਨ ਸੀ, ਜੋ ਕੁਛ ਉਹਨਾਂ ਨੇ ਅੱਜ ਤੱਕ ਲੋਕਾਂ ਨੂੰ ਦੱਸਿਆ ਜਾਂ ਕੀਤਾ ਜਾਂ ਉਹਨਾਂ ਦੇ ਬਾਰੇ ਸਮਝਦੇ ਸੀ, ਜੀ ਉਹ ਸਾਰਾ ਕੁਛ ਉਹਨੇ ਆਪਣਾ ਆਪ ਗਵਾ ਲਿਆ, ਜਿੱਥੋਂ ਤੱਕ ਮੇਰਾ ਖਿਆਲ ਆ ਵੀ ਉਹ ਜਾਨੀ ਹੁਣ ਇੱਕ ਵੀ ਗੱਲ ਉਹਨਾਂ ਦੇ ਅੰਦਰ ਉਹ ਚੀਜ਼ ਨਹੀਂ ਰਹੀ ਜਿਹੜੀ ਕਿ ਕਰਨੀ ਚਾਹੀਦੀ ਸੀ। ਜੀ
ਮੇਰੇ ਜਿੱਥੇ ਤੱਕ ਸਮਝ ਆ, ਮੈਂ ਬੜੀ ਇੱਜ਼ਤ ਮਾਣ ਕਰਦਾ ਸੀ ਉਹਨਾਂ ਦੀ, ਬੜੇ ਈਮਾਨਦਾਰ ਸ਼ਖਸ ਸੀਗੇ, ਸਾਰਾ ਕੁਝ ਸੀਗਾ, ਪਰ ਈਮਾਨਦਾਰੀ ਖੱਲੀ ਇਮਾਨਦਾਰੀ ਨਹੀਂ ਕੰਮ ਕਰਦੀ। ਕੁਝ ਥੋੜਾ ਜਿਹਾ ਆਦਮੀ ਨੂੰ ਸੋਚਣਾ ਚਾਹੀਦਾ ਕਿ ਮੇਰੀ ਕੀ ਰੈਪੂਟੇਸ਼ਨ ਆ ਔਰ ਮੈਂ ਕੀ ਮੈਨੂੰ ਕਰਨਾ ਚਾਹੀਦਾ ਜੀ। ਉਹਨਾਂ ਨੇ ਮਤਲਬ ਉਸ ਵੇਲੇ ਜੋ ਵੀ ਗੱਲਾਂ ਕੀਤੀਆਂ, ਉਹ ਹੁਣ ਇਸ ਵੇਲੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਪਬਲਿਕ ਦੇ ਵਿੱਚ ਇਦਾਂ ਕਰਨ ਦੇ ਨਾਲ ਸਾਰਾ ਕੁਝ ਨਹੀਂ ਹੁੰਦਾ। ਉਹਨਾਂ ਨੂੰ ਮਤਲਬ ਆਪਣੇ ਆਪ ਨੂੰ ਜੋ ਕੁਝ ਉਹਨੇ ਕੀਤਾ ਨਾ ਜੀ, ਉਹਦੇ ਬਾਰੇ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਹੁਣ ਜਾ ਕੇ, ਜਿੱਥੋਂ ਤੱਕ ਮੈਂ ਸੋਚਦਾ ਕਿ ਉਹਨਾਂ ਦਾ ਸਿਰਫ ਮਤਲਬ ਆਪਣੀ ਇੱਕ ਚੀਫ ਮਿਨਿਸਟਰੀ ਤੱਕ ਹੀ ਉਹਨਾਂ ਦੀ ਸੋਚ ਆ ਵੀ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਾਂ ਕਿਸੇ ਵੀ ਤਰੀਕੇ ਨਾਲ, ਹਰ ਐਨੀ ਹਾਉ ਜਾਨੀ ਉੱਥੇ ਪਹੁੰਚਣਾ। ਸੋ ਇਹ ਗੱਲ ਸੀਗੀ ਕਿ ਮੈਂ ਉਹਦੇ ਬਾਰੇ ਵੀ ਉਹਨੇ ਆਪਣੀ ਰੈਪੂਟੇਸ਼ਨ ਜਿਹੜੀ ਆ ਉਹ ਖਰਾਬ ਕਰ ਲਈ ਹੈ। ਦੂਸਰੀ ਗੱਲ ਇਹ ਆ ਜੀ, ਜਿਹੜੇ ਤੁਸੀਂ ਕੀਤੀ ਸੀ ਕਿ ਵੋਟਰ ਜਿਹੜੇ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਸਮਝਣਾ ਚਾਹੀਦਾ ਵੀ ਉਹਨਾਂ ਦੀ ਕੀ ਡਿਊਟੀ ਆ, ਕੀ ਉਹਨਾਂ ਦੀ ਵੈਲਿਊ ਆ, ਉਹਨੂੰ ਕਿਸ ਤਰ੍ਹਾਂ ਵਰਤਣਾ ਹੈਗਾ। ਇਹ ਬੜੈਂਸ ਸਾਹਿਬ ਅੱਜ ਤੱਕ 70 ਸਾਲ ਹੋ ਗਏ ਆ, ਇਹ ਲੋਕਾਂ ਨੇ ਇਹ ਲੋਕ ਸਮਝ ਨਹੀਂ ਸਕੇ, ਔਰ ਮੈਨੂੰ ਲੱਗਦਾ ਵੀ ਜਿੱਦਾਂ ਦੇ ਹਾਲਤ ਆ ਗਿਆ ਉਹਨਾਂ ਨੇ ਸਮਝਣਾ ਵੀ ਨਹੀਂ ਹੈ, ਕਿਉਂਕਿ ਜਿਸ ਵੇਲੇ ਅਖੀਰ ਤੇ ਕੋਈ ਗੱਲ ਆਉਂਦੀ ਆ ਉਹ ਚੋਗਾ ਪਾ ਦਿੰਦੇ, ਜਿੱਦਾਂ ਜਾਨਵਰ ਨੂੰ ਚੋਗਾ ਨਹੀਂ ਪਾਈਦਾ ਵੀ ਉਹ ਚੁੱਕੇ ਤਾਂ ਬਸ ਉਹ ਆਪਣੇ ਆਪ ਤੇ ਮਸਤ ਹੋ ਜਾਂਦੇ ਆ। ਇਹ ਸੇਮ ਉਹੀ ਗੱਲ ਹੈਗੀ ਆ ਇਹਨਾਂ ਦੀ, ਇਹਨਾਂ ਨੂੰ ਚੋਗਾ ਪੈ ਜਾਂਦਾ, ਬਸ ਉਹ ਉੱਥੇ ਦੇ ਉੱਥੇ ਹੀ ਫੇਰ ਖਤਮ ਹੋ ਜਾਂਦੇ ਆ। ਇਹਨਾਂ ਨੇ 70 ਸਾਲ ਹੋ ਗਏ ਇਹਨਾਂ ਦੀਆਂ ਸ਼ਮਕਾਂ ਖਾਂਦਿਆਂ ਨੂੰ, ਔਰ ਇਹ ਨਹੀਂ ਖਾਂਦੇ ਰਹਿਣਾ। ਇਹ ਉਹਨਾਂ ਚਿਰ ਨਹੀਂ ਠੀਕ ਹੋਣੇ ਜਿੰਨਾ ਚਿਰ ਇਹਨਾਂ ਨੂੰ ਕੋਈ ਨਵੀਂ ਲੀਡਰਸ਼ਿਪ, ਨਵਾਂ ਕੋਈ ਮੁੜ ਤੋਂ ਜਿਹੜਾ ਕੋਈ ਸ਼ੁਰੂ ਕਰਕੇ ਇਹ ਸਾਰੀ ਇਹਨਾਂ ਨੂੰ ਐਜੂਕੇਟ ਕਰਕੇ ਇਹਨਾਂ ਨੂੰ ਕੋਈ ਸਿੱਧੇ ਰਾਹ ਪਾਉਣਗੇ ਤਾਂ ਜਾ ਕੇ ਗੱਲ ਬਣਨੀ ਹੈ। ਜੀ ਗੱਲ ਇਹ ਹੈ ਕਿ ਲੋਕਾਂ ਨੂੰ ਸੱਚਮੁੱਚ ਆਸ ਹੈ ਕੋਈ ਨਵੀਂ ਲੀਡਰਸ਼ਿਪ ਉੱਭਰੇਗੀ। 75ਵਾਂ ਸਾਲ ਸਾਡਾ ਆਜ਼ਾਦੀ ਦਾ ਸ਼ੁਰੂ ਹੋ ਗਿਆ, ਬੜੇ ਲੰਮੇ 75 ਸਾਲ ਹੁੰਦੇ ਆ। 75 ਸਾਲ ਕੋਈ ਥੋੜਾ ਸਮਾਂ ਨਹੀਂ ਕਿ ਅਸੀਂ ਆਪਣੇ ਆਪ ਨੂੰ ਬਦਲ ਹੀ ਨਹੀਂ ਸਕੇ। ਸਿਰਫ ਤੇ ਸਿਰਫ ਲੀਡਰਾਂ ਦੇ ਪਿੱਛੇ ਰੈਲੀਆਂ 'ਚ ਜਾਂਦੇ ਆ, ਨਾਅਰੇ ਲਾਉਂਦੇ ਆ, ਬੱਸਾਂ 'ਚ ਬੈਠਦੇ ਆ, ਲੰਗਰ ਛਕਦੇ ਆ, ਸ਼ਾਮ ਨੂੰ ਜੇਬ ਦੇ ਵਿੱਚ, ਕਈਆਂ ਦੇ ਜੇਬ ਦੇ ਵਿੱਚ ਵੀ 400 ਰੁਪਈਆ ਪੈ ਜਾਂਦਾ ਰੈਲੀਆਂ 'ਚ ਸ਼ਾਮਲ ਹੋਣ ਵਾਲਿਆਂ ਦੇ ਵਿੱਚ। ਬੋਤਲ ਜਿਹੜੀ ਆ ਉਹ ਡੱਬ 'ਚ ਟੰਗ ਕੇ ਤੇ ਘਰੇ ਆ ਜਾਂਦੇ ਆ, ਸਵੇਰੇ ਸਵੇਰੇ ਤਿਆਰ ਹੋ ਕੇ ਤੇ ਬੱਸਾਂ 'ਚ ਬਹਿ ਜਾਂਦੇ ਆ ਵੀ ਰੈਲੀ 'ਚ ਜਾਣਾ। ਜਿਹੜੇ ਮੁੱਦੇ ਨੇ ਉਹਨਾਂ ਤੇ ਕਦੇ ਵਿਚਾਰ ਕੀਤੀ ਆ ਇਸ ਢੰਗ ਨਾਲ ਸਾਡੇ ਲੋਕਾਂ ਨੇ ਕਿ ਸਿਰਫ ਸਾਨੂੰ ਉਹੀ ਜਿਹੜਾ ਉਹ ਪੁਰਾਣਾ ਕਿ ਹਾਂ ਜੀ ਇਕੱਠੇ ਹੋ ਕੇ ਤੁਰ ਪੋ, ਸੱਦਾ ਆਇਆ ਰੈਲੀ 'ਚ ਜਾਣਾ, ਕਦੇ ਪੰਥ ਨੂੰ ਖਤਰਾ, ਕਦੇ ਪੰਜਾਬ ਨੂੰ ਖਤਰਾ, ਤੇ ਜੇ ਉਹ ਸਾਰਿਆਂ ਤੋਂ ਨਿਕਲੇ ਤੇ ਹੁਣ ਕਦੇ ਨਸ਼ਿਆਂ ਦੀ ਗੱਲ ਕਰ ਲਈ, ਕਦੇ ਬਰਗਾੜੀ ਦੀ ਗੱਲ ਕਰ ਲਈ। ਸਿਰਫ ਲੋਕਾਂ ਨੂੰ ਉਲਝਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸਾਹਮਣੇ ਕੀ ਆਉਂਦਾ ਹੁਣ ਤੱਕ ਇਸ ਸਰਕਾਰ ਨੇ ਵੀ 4.5 ਸਾਲਾਂ ਦੇ ਵਿੱਚ, ਹੁਣ ਤੇ ਪੌਣੇ 5 ਸਾਲ ਹੋ ਗਏ ਆ, ਖਤਮ ਹੋਣ ਵਾਲੇ ਆ ਪੂਰੀ ਸਰਕਾਰ ਦੇ ਸਮਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 5 ਸਾਲ ਹੋ ਜਾਣੇ ਆ ਦਸੰਬਰ ਦੇ ਵਿੱਚ, ਤੇ ਅਗਲੀਆਂ ਚੋਣਾਂ ਦੀ ਤਿਆਰੀ ਹੋ ਜਾਣੀ ਹੈ। ਕੀ ਪੱਲੇ ਪਿਆ ਤੁਹਾਡਾ? ਇੱਕ ਇੱਕ ਪੁਆਇੰਟ ਕਰਕੇ ਜੇਕਰ ਵੇਖੀਏ ਤਾਂ ਸਾਡੇ ਨਿਰਾਸ਼ਾ ਪੱਲੇ ਪੈਂਦੀ ਹੈ ਕਿ 5 ਸਾਲ ਲੀਡਰਾਂ ਨੇ, ਇਸ ਸਰਕਾਰ ਨੇ ਜਾਂ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਸਾਡੇ ਪੱਲੇ ਕੀ ਪਾਇਆ, ਇਸ ਤੇ ਵੀ ਗੱਲ ਕਰਦੇ ਹਾਂ। ਹੈਲੋ ਹੈਲੋ ਹਾਂਜੀ 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 ਜੀ ਆਇਆਂ ਨੂੰ। ਹਾਂਜੀ ਕੌਣ ਬੋਲ ਰਹੇ ਹੋ? ਹਾਂਜੀ ਮੋਹਾਲੀ ਤੋਂ ਬੋਲਦਾ ਸ਼ੇਰਗਿੱਲ। ਜੀ ਸ਼ੇਰਗਿੱਲ ਸਾਹਿਬ, ਮੈਂ ਤਾਂ ਸਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਹੁਣ ਆਪ ਅੱਗੇ ਇਹਨਾਂ ਦੀਆਂ ਰੈਲੀਆਂ ਵਿੱਚ ਭੱਜੇ ਫਿਰਦੇ ਨੇ, ਕਿਸੇ ਨੇ ਨੀਲੀ ਪੱਗ ਬੰਨੀ, ਕਿਸੇ ਨੇ ਚਿੱਟੀ ਬੰਨੀ, ਜੀ ਉਹਨਾਂ ਦੀਆਂ ਗੱਡੀਆਂ ਸੇਵ ਕਰਕੇ ਲਗਾਉਂਦੇ ਫਿਰਦੇ ਨੇ ਹੈ। ਇਹਨਾਂ ਨੂੰ ਕੋਈ ਵਿਸ਼ੇਸ਼ ਛੋਟ ਹੈ ਬਿਜਲੀ ਦੇ ਵਿੱਚ, ਜਾਂ ਕਿ ਅਕਾਲੀ ਦਲ ਇਹਨਾਂ ਦਾ ਬਿੱਲ ਭਰਦਾ ਜਾਂ ਕਾਂਗਰਸ ਬਿੱਲ ਭਰਦੀ ਇਹਨਾਂ ਦਾ? ਤੇ ਨੰਬਰ 2 ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਉਦਣ ਬਿੱਟੂ ਨੇ ਬਿਆਨ ਸਿੰਘ ਦੀ ਸ਼ਹਾਦਤ ਤੇ ਜਦੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ, ਬਿਆਨ ਦਿੱਤਾ ਵੀ ਸਾਡੇ ਬਿਆਨ ਸਿੰਘ ਕਰਕੇ ਖਾਲਿਸਤਾਨੀ ਭੱਜ ਗਏ। ਉਹ ਮੈਂ ਕਹਿੰਦਾ ਸੋਚਦਾ ਗਲਤ ਹੈ, ਉਹ ਦਿਮਾਗ ਘੱਟ ਲਾਉਂਦਾ, ਬੋਲਦਾ ਜ਼ਿਆਦਾ। ਕਹਿਣ ਦਾ ਭਾਵ ਹੈ ਖਾਲਿਸਤਾਨੀ ਤਾਂ ਤੁਹਾਡਾ ਮੁੱਖ ਮੰਤਰੀ ਬਣਿਆ ਹੋਇਆ ਜਿਹਨੇ ਖਾਲਿਸਤਾਨ ਲਾਨਾਮੇ ਤੇ ਸਾਈਨ ਕੀਤੇ ਸੀਗੇ ਹੈ। ਉਹੀ ਬਾਦਲ ਬੈਠਾ ਜਿਹਨੇ ਖਾਲਿਸਤਾਨ ਲਾਨਾਮੇ ਤੇ ਸਾਈਨ ਕੀਤੇ ਸੀਗੇ। ਖਾਲਿਸਤਾਨ ਤਾਂ ਤੁਹਾਡੇ ਕੋਲ ਨੇ, ਲੋਕ ਥੋੜੀ ਖਾਲਿਸਤਾਨੀ ਨੇ। ਖਾਲਿਸਤਾਨ ਤਾਂ ਤੁਸੀਂ ਆਪ ਹੀ ਹੋ ਸਾਰੇ ਇਕੱਠੇ ਹੋਏ ਲੋਕਾਂ ਨੂੰ ਤੁਸੀਂ ਬਦਨਾਮ ਕਰਦੇ ਹੋ। ਹਾਂਜੀ ਸ਼ੇਰਗਿੱਲ ਸਾਹਿਬ, ਤੁਸੀਂ ਕਹਿੰਦੇ ਹੋ ਕਿ ਕੈਪਟਨ ਸਾਹਿਬ ਨੇ ਤੇ ਬਾਦਲ ਸਾਹਿਬ ਨੇ ਖਾਲਿਸਤਾਨਾਮੇ ਤੇ ਜਿਹੜਾ ਉਹ ਸਾਈਨ ਕੀਤੇ ਆ। ਹਾਂ ਉਦੋਂ ਕੀਤੇ ਸੀ ਇਹਨਾਂ ਨੇ ਜੀ। ਹਾਂ ਉਹਦੀ ਸਰ ਸਰਚ ਕਰਿਓ, ਖਾਲਿਸਤਾਨੀ ਲਾਨਾਮੇ ਤੇ ਇਹਨਾਂ ਨੇ ਸਾਈਨ ਕੀਤੇ ਸੀਗੇ ਉਦੋਂ।
ਇਹ ਗੱਲ ਮੈਨੂੰ ਤੇ ਸਪਸ਼ਟ ਨਹੀਂ ਹੋ ਰਹੀ, ਤੁਸੀਂ ਅਗਰ ਵਿਸਤਾਰ ਚ ਦੱਸੋ ਤੇ ਮੈਨੂੰ ਲੱਗਦਾ ਕਿ ਕੋਈ ਗੱਲ ਹੋਰ ਪਤਾ ਲੱਗੇ। ਇਹ ਸਰ 84 ਦੇ ਵਿੱਚ ਜਦੋਂ ਕੈਪਟਨ ਸਾਹਿਬ ਤੇ ਸਾਰੇ ਅਕਾਲੀ ਦਲ ਦੇ ਵਿੱਚ ਸੀਗੇ ਜੀ, ਉਦੋਂ ਇਹਨਾਂ ਨੇ ਖਾਲਿਸਤਾਨ ਦਾ ਜਦੋਂ ਐਲਾਨ ਕੀਤਾ ਸੀ, ਉਸ ਐਲਾਨਨਾਮੇ ਤੇ ਇਹਨਾਂ ਨੇ ਸਾਈਨ ਕੀਤੇ ਸੀ ਸਾਰਿਆਂ ਨੇ। ਇਹਦੇ ਬਾਰੇ ਕੁਝ ਹੋਰ ਫੈਕਟਸ ਜਿਹੜੇ ਆ ਉਹ ਵਿਚਾਰ ਤੁਸੀਂ ਕਰ ਲੈਣਾ, ਕੁਝ ਮਿਲੇ ਤਾਂ ਜ਼ਰੂਰ ਜਾਣਕਾਰੀ ਦੇਣਾ, ਕਿਉਂਕਿ 84 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਸੀ, ਉਹਨਾਂ ਨੇ ਬਲੂ ਸਟਾਰ ਤੋਂ ਬਾਅਦ ਹੀ ਜਿਹੜਾ ਉਹ ਦਿੱਤਾ ਸੀਗਾ। ਸੋ ਤੁਹਾਡੇ ਕੋਲੇ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਨੂੰ ਦੱਸਣਾ ਤੁਸੀਂ। ਠੀਕ ਹੈ ਜੀ, ਸ਼ੁਕਰੀਆ। ਗੱਲ ਇਹ ਆ ਕਿ 75 ਸਾਲਾਂ ਦੇ ਵਿੱਚ ਤੁਹਾਨੂੰ ਕੀ ਮਿਲਿਆ? ਸਰਕਾਰਾਂ ਆਈਆਂ, ਉਹਨਾਂ ਕੋਲੇ ਏਜੰਸੀਆਂ ਨੇ, ਪੁਲਿਸ ਹੈ, ਉਹਨਾਂ ਕੋਲੇ ਇੰਟੈਲੀਜੈਂਸ ਹੈ, ਵੱਖ-ਵੱਖ ਲੈਵਲ ਤੇ ਵੱਖਰੇ ਵੱਖਰੇ ਡਿਪਾਰਟਮੈਂਟ ਨੇ। ਔਰ ਜੇ 75 ਸਾਲਾਂ ਬਾਅਦ ਸਾਡੇ ਨੌਜਵਾਨ ਨਸ਼ਾ ਪੀ ਕੇ ਮਰ ਰਹੇ ਨੇ ਤਾਂ ਇਹਦੇ ਲਈ ਦੋਸ਼ੀ ਕੌਣ ਹੈ? ਇਹ ਲੀਡਰਸ਼ਿਪ ਦੋਸ਼ੀ ਨਹੀਂ ਹੈਗੀ, ਜਿਹੜੇ ਵਾਰ-ਵਾਰ ਮੁੱਖ ਮੰਤਰੀ ਬਣਦੇ ਰਹੇ ਔਰ ਜਿਹੜੇ ਸਰਕਾਰਾਂ ਬਣਾਉਂਦੇ ਰਹੇ। ਪਹਿਲੀ ਗੱਲ, ਅਗਰ ਸਾਡਾ ਨੌਜਵਾਨ ਇਹਨਾਂ 75 ਸਾਲਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਆਪਣਾ ਰੁਜ਼ਗਾਰ ਨਹੀਂ ਬਣਾ ਸਕਿਆ ਤਾਂ ਉਹਦੇ ਲਈ ਸੱਤਾ ਤੇ ਕਾਬਜ਼ ਦਾ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨਹੀਂ। ਅੱਜ ਜੇਕਰ ਪੰਜਾਬ ਦੇ ਕਿਸਾਨ ਮਜਬੂਰ ਨੇ ਆਪਣੀਆਂ ਫਸਲਾਂ ਪਾਲਣ ਲਈ ਕਰਜ਼ੇ ਲੈਂਦੇ ਨੇ, ਉਹ ਆੜਤੀਆਂ ਦੇ ਥੱਲੇ ਦੱਬੇ ਪਏ ਨੇ, ਤੇ ਕੀ ਤੁਸੀਂ 75 ਸਾਲਾਂ ਦੇ ਵਿੱਚ ਪੰਜਾਬ ਦੀ ਖੇਤੀਬਾੜੀ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ? ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਅੱਜ ਜੇਕਰ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਇੰਨਾ ਬੁਰਾ ਹਾਲ ਹੈ ਕਿ ਸਰਕਾਰੀ ਜਿਹੜੇ ਸਕੂਲ ਨੇ ਉਹਨਾਂ ਨੂੰ ਰੰਗ ਕਰਕੇ ਤਾਂ ਕਿਹਾ ਜਾ ਰਿਹਾ ਕਿ ਉਹ 1 ਨੰਬਰ ਦੇ ਸਕੂਲ ਬਣ ਗਏ ਆ, ਪਰ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੇ ਆਪਣੇ ਦੋਤਰੇ ਪੁੱਤਰੇ ਕਿਉਂ ਨਹੀਂ ਪੜ੍ਹਦੇ? ਬਾਦਲ ਸਾਹਿਬ ਦੇ ਪਰਿਵਾਰ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹੇ? ਬਾਕੀ ਲੀਡਰਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹੇ? IAS ਅਫਸਰ, PCS ਅਫਸਰ, DC, ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਨਹੀਂ ਪੜ੍ਹਦੇ? ਅੱਜ ਸਵਾਲ ਇਹ ਹੈ। ਔਰ ਜਦੋਂ ਇਹ ਲੋਕ ਬਿਮਾਰ ਹੁੰਦੇ ਆ ਉਦੋਂ ਇਹ ਰਜਿੰਦਰਾ ਹਸਪਤਾਲ 'ਚ ਕਿਉਂ ਨਹੀਂ ਦਾਖਲ ਹੁੰਦੇ? ਕਿਉਂ ਇਹ ਜਾ ਕੇ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਹੁੰਦੇ ਆ ਤੇ ਇਲਾਜ ਕਰਾਉਣ ਵਾਸਤੇ ਬਾਹਰ ਜਾਂਦੇ ਆ? ਇਹ ਸਵਾਲ ਅੱਜ ਬਣਦੇ ਨਹੀਂ ਹੈਗੇ, ਇਹਨਾਂ ਤੋਂ ਜਵਾਬ ਮੰਗਦੇ ਆ। ਸਵਾਲ ਕਰਨੇ ਨਹੀਂ ਕਿ 75 ਸਾਲਾਂ ਵਿੱਚ ਤੁਹਾਨੂੰ ਵੱਖ-ਵੱਖ ਪਾਰਟੀਆਂ ਨੂੰ ਪੰਜਾਬ ਦੀ ਡੋਰ ਫੜਾਈ ਸੀ ਤੇ ਤੁਸੀਂ ਸਾਨੂੰ ਅੱਜ ਕਿੱਥੇ ਖੜਾ ਕਰਕੇ ਲਿਆ ਦਿੱਤਾ? ਹਰ ਰੋਜ਼ ਕਿਸਾਨ ਫਾਹੇ ਤੇ ਚੜ੍ਹਦੇ ਪਏ ਆ, ਸਿਕਿਉਰਿਟੀ ਦਾ ਹਾਲ ਮਾੜਾ ਹੋਇਆ। ਤੁਸੀਂ ਦੇਖ ਰਹੇ ਹੋ ਕਿਹੋ ਜਿਹੇ ਕੇਸ ਸਾਡੇ ਸਾਹਮਣੇ ਆ ਰਹੇ ਆ। ਸੋ ਇਹ ਸਾਡੀ ਪ੍ਰਾਪਤੀ ਹੈ। ਇਕੱਲੇ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਹਿੰਦੁਸਤਾਨ ਦੀ ਗੱਲ ਤਾਂ ਬਾਅਦ ਦੇ ਵਿੱਚ ਕਰਾਂਗੇ। ਇਹ 75 ਸਾਲਾਂ ਬਾਅਦ ਤੁਹਾਨੂੰ ਮਿਲਿਆ ਕਿ ਅੱਜ ਜ਼ਮੀਨਾਂ ਵੇਚ ਕੇ ਸਾਡਾ ਪੰਜਾਬ ਦਾ ਕਿਸਾਨ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ, ਹਰ ਇੱਕ ਬੰਦਾ ਇਹ ਗੱਲ ਕਰਦਾ ਕਿ ਹੁਣ ਪੰਜਾਬ 'ਚ ਕੁਝ ਨਹੀਂ ਬਚਿਆ, ਭੇਜ ਦਿਓ ਬੱਚਿਆਂ ਨੂੰ ਬਾਹਰ, ਇੱਥੇ ਕੋਈ ਭਵਿੱਖ ਨਹੀਂ। ਇਹ ਸਥਿਤੀ ਹੈ ਅੱਜ ਪੰਜਾਬ ਦੀ। ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਬਹੁਤ ਵੱਡਾ ਬਣਾ ਦੇਣਾ, ਸਾਡੀ ਸਰਕਾਰ ਆਊਗੀ ਤੇ ਅਸੀਂ ਆਹ ਕਰ ਦਿਆਂਗੇ, ਸਾਡੀ ਸਰਕਾਰ ਆਊਗੀ ਤੇ ਅਸੀਂ ਆਹ ਕਰ ਦਿਆਂਗੇ। ਗੱਲ ਜਾਰੀ ਰੱਖਦੇ ਹਾਂ, ਸਾਡੇ ਨਾਲ ਦਰਸ਼ਕ ਜੁੜੇ ਹੋਏ ਆ। ਹੈਲੋ, ਵਾਹਿਗੁਰੂ ਜੀ। ਸੇਖੋ ਸਾਹਿਬ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ। ਹਾਂਜੀ ਵਿਧਾਇਕ ਸਾਹਿਬ ਜੀ, ਆਪ ਜੀ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਜੀ, ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਨਮਸਤਕ ਹੁੰਦਾ ਹੋਇਆ ਮਤਲਬ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਇਹਨਾਂ ਨੇ ਕਿਸੇ ਨੇ ਕੁਛ ਨਹੀਂ ਕਰਨਾ, ਗੁਰੂ ਸਾਹਿਬ ਆਪ ਹੀ ਸਾਨੂੰ ਕੋਈ ਨਾ ਕੋਈ ਵਿਖਾਓ ਚਮਤਕਾਰਾ ਜਿਹੜਾ ਸੱਚ ਦਾ ਨਿਆਂ ਕਰਾਓ ਜੀ। ਤੇ ਜੈ ਜਵਾਨ ਜੈ ਕਿਸਾਨ ਤੁਸੀਂ ਕਹਿਤਾ, ਇਹਦੇ ਹੰਗਾਰੇ 'ਚ ਮੈਂ ਨਾਲ ਸਹਿਮਤ ਹਾਂ ਜੀ। ਤੇ ਜਿਹੜੀਆਂ ਸਰਕਾਰਾਂ ਸਾਡੇ ਕਿਸਾਨਾਂ ਤੇ ਧੱਕਾ ਕਰਦੀਆਂ ਉਹਨਾਂ ਦੀ ਨਿੰਦਾ ਕਰਦੇ ਆ। ਬੇਨਤੀ ਹੈ ਜੀ, ਇੱਕ ਅੱਜ ਕੱਲ 1 ਤਰੀਕ ਨੂੰ ਜੀ ਜਿਹੜੇ ਨਸ਼ੇ ਦੇ ਸੌਦਾਗਰ ਸੀ ਉਹਨਾਂ ਦੀਆਂ ਫਾਈਲਾਂ ਨਿਕਲਣੀਆਂ ਸੀਗੀਆਂ, ਉਹ ਸਮਝ ਨਹੀਂ ਲੱਗੀ ਕੋਈ ਖਬਰਾਂ। ਸੇਖੋ ਸਾਹਿਬ ਜੀ, ਤੁਸੀਂ ਸ਼ਾਇਦ ਪ੍ਰੋਗਰਾਮ ਪੂਰਾ ਨਹੀਂ ਵੇਖਿਆ। ਅਸੀਂ ਤੁਹਾਨੂੰ ਜ਼ਿਕਰ ਕੀਤਾ ਕਿ 1 ਸਤੰਬਰ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਸੀ, ਜਿਹਦੇ ਵਿੱਚ ਜਿਹੜੀ ਰਿਪੋਰਟ ਬੰਦ ਹੈ ਉਹਦੇ ਤੇ ਵਿਚਾਰ ਹੋਣੀ ਸੀਗੀ। ਲੋਕਾਂ ਨੂੰ ਆਸ ਸੀ ਕਿ ਸ਼ਾਇਦ ਰਿਪੋਰਟ ਖੁੱਲ੍ਹ ਕੇ ਬਹੁਤ ਸਾਰੇ ਨਾਮ ਸਾਹਮਣੇ ਆ ਜਾਣਗੇ, ਐਡੀ ਛੇਤੀ ਨਹੀਂ ਹੋਣਾ। ਉਹਦੇ ਵਿੱਚ ਕੀ ਹੋਇਆ ਕਿ ਇੱਕ ਜਸਟਿਸ ਅਜੇ ਤਿਵਾੜੀ ਜਿਹੜੇ ਉਸ ਬੈਂਚ ਦੇ ਮੈਂਬਰ ਸੀ, ਉਹਨਾਂ ਨੇ ਉਸ ਬੈਂਚ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ। ਸੋ ਬੈਂਚ ਦੁਬਾਰੇ ਰੀਕਨਸਟੀਟਿਊਟ ਹੋਏਗਾ ਤੇ ਉਸ ਤੋਂ ਬਾਅਦ ਫਿਰ ਅਗਲੀ ਤਾਰੀਖ ਹੋਏਗੀ। ਸੋ ਉਹਦੀ ਤਾਜ਼ਾ ਸਥਿਤੀ ਜਿਹੜੀ ਆ ਉਹ ਇਹ ਹੈਗੀ ਆ।
ਇਹ ਸਾਰੀਆਂ ਚਾਲਾਂ ਹੀ ਚਾਲਾਂ ਵੜੈਲ ਸਾਹਿਬ ਚਾਲਾਂ। ਤੇ ਹੁਣ ਮੈਂ ਦੂਜੀ ਗੱਲ ਦੱਸਣ ਲੱਗਾ ਤੁਹਾਨੂੰ ਜੀ। ਇੱਕ ਸਿੰਘ ਇੱਥੇ ਆਇਆ ਸੀ ਹੁਣ, ਉਹ ਆਂਦਾ ਸੀਗਾ ਵੀ ਆਪਣਾ ਇਹਨਾਂ ਨੇ ਹਲਫਨਾਮਾ ਕੀਤਾ, ਐਗਰੀਮੈਂਟ ਕੀਤਾ ਖਾਲਿਸਤਾਨ ਦਾ ਵੀ। ਇਹ ਗੱਲ ਪੱਕੀ ਹੈ ਜੀ 100%। ਇਹਦੇ ਵਿੱਚ 7 ਬੰਦੇ ਸੀ ਜੀ, ਪੂਰੇ ਬੰਦੇ ਦਾ ਨਾਂ ਨਹੀਂ ਪਤਾ ਮੈਨੂੰ, 2 ਜਣੇ ਇਹ ਸੀ ਬਾਦਲ ਤੇ ਆਪਣਾ ਕੈਪਟਨ, ਇੱਕ ਸੀਗਾ ਆਪਣਾ ਮਾਨ ਸਿਮਰਜੀਤ ਮਾਨ ਜੀ। ਇੱਕ ਦਲ ਖਾਲਸਾ ਦੇ ਬੰਦੇ ਸੀ। ਅਸੀਂ ਹਜੇ ਉੱਧਰ ਹੀ ਸੀਗੇ, ਇੰਡੀਆ ਸੀਗੇ ਉਦੋਂ। ਇਹ ਸਾਨੂੰ ਅਸੀਂ ਕੋਲੇ ਨਹੀਂ ਸੀ ਮਾਫ ਕਰਨਾ। ਅਖਬਾਰਾਂ ਤੇ ਲੰਮੇ ਚੌੜੇ ਕਿਸੇ ਹਫ਼ਤਾ ਚੱਲਦੇ ਰਹੇ ਆ ਜੀ ਵੀ ਇਹਨਾਂ ਨੇ ਵਧੀਆ ਕੰਮ ਕੀਤਾ, ਸੰਤਾਂ ਦੀ ਸੋਚ ਤੇ ਪਹਿਰਾ ਦਿੱਤਾ। ਇਹ ਪੱਕੀ ਗੱਲ ਆ ਜੀ। ਇਹ ਤੁਸੀਂ ਇਸ ਤਰ੍ਹਾਂ ਹੈ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੋਈ ਸਪਸ਼ਟੀਕਰਨ ਜਿਹੜਾ ਨਹੀਂ ਹੈਗਾ, ਨਾ ਹੀ ਇਹ ਇਸ਼ੂ ਕਦੇ ਇਸ ਢੰਗ ਨਾਲ ਸਾਹਮਣੇ ਆਇਆ। ਤੇ ਕਿਉਂਕਿ ਸਾਡੇ ਜਦੋਂ ਆਜ਼ਾਦੀ ਦੇ ਸਮੇਂ ਇਹ ਫੈਸਲਾ ਹੋ ਗਿਆ ਸੀ ਕਿ ਇਸੇ ਦੇਸ਼ ਦਾ ਹਿੱਸਾ ਰਹਿਣਾ, ਅੰਗਰੇਜ਼ ਇਸ ਦੇਸ਼ ਦਾ ਹਿੱਸਾ ਬਣਾ ਕੇ ਗਏ ਹੈ ਤੇ ਅਸੀਂ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਹਾਂ, ਇੱਕ ਵੱਡੇ ਮੁਲਕ ਦੇ ਵਿੱਚ ਉਹਦਾ ਇੱਕ ਹਿੱਸਾ। ਔਰ ਜਿਹੜੇ ਸਿੱਖ ਭਾਈਚਾਰਾ ਹੈ, ਪੰਜਾਬੀ ਭਾਈਚਾਰਾ ਹੈ ਪੰਜਾਬ ਦਾ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਾ ਵੱਡਾ ਰੋਲ ਪਾਇਆ, ਬਾਅਦ ਦੇ ਵਿੱਚ ਵਿਕਾਸ ਦੇ ਵਿੱਚ ਵੀ ਵੱਡਾ ਰੋਲ ਪਾਇਆ। ਸੋ ਇਸ ਕਰਕੇ ਇਹ ਦੇਸ਼ ਦੇ ਨਾਲ ਇੱਕ ਸੁਰਤਾ ਤੇ ਬਣੀ ਹੋਈ ਹੈ। ਪਰ ਦੇਸ਼ ਵਾਲਿਆਂ ਨੇ ਇਸ ਖਿੱਤੇ ਨੂੰ ਹਰ ਵਾਰੀ ਇਹਦੇ ਨਾਲ ਕੋਈ ਨਾ ਕੋਈ ਵੱਡਾ ਵਿਤਕਰਾ ਕੀਤਾ। ਹੁਣ ਤੁਸੀਂ ਵੇਖ ਹੀ ਰਹੇ ਹੋ ਕਿ ਹਿੰਦੁਸਤਾਨ ਦੀ ਪੂਰੀ ਜਨਤਾ ਦੇ ਨਾਲ ਉਹਨਾਂ ਨੇ ਚੁੱਪ ਚਪੀਤੇ 3 ਖੇਤੀ ਕਾਨੂੰਨ ਪਾਸ ਕਰਕੇ ਕਾਰਪੋਰੇਟ ਅਦਾਰਿਆਂ ਨੂੰ ਅੱਗੇ ਲਿਆਉਣ ਵਾਸਤੇ ਚੁੱਪ ਚਪੀਤੇ ਚਾਲ ਤਾਂ ਚੱਲੀ। ਆਜ਼ਾਦੀ ਵੇਲੇ ਵੀ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਲਹਿਰ ਉੱਠੀ ਸੀ ਤੇ ਹੁਣ ਵੀ ਇਹ ਮਹਿਸੂਸ ਕੀਤਾ ਗਿਆ ਕਿ ਇਹ ਕਾਨੂੰਨ ਅਗਰ ਲਾਗੂ ਹੋ ਜਾਣਗੇ ਤਾਂ ਭਾਰਤ ਦੀ ਖੇਤੀਬਾੜੀ ਬਿਲਕੁਲ ਤਬਾਹ ਹੋ ਜਾਏਗੀ। ਔਰ ਇਹ ਵੱਡੇ ਪੱਧਰ ਦੇ ਉੱਤੇ ਇਹ ਮੋਰਚਾ ਚੱਲਿਆ। ਤੁਸੀਂ ਦੇਖ ਹੀ ਰਹੇ ਹੋ ਕਿ 10ਵਾਂ ਮਹੀਨਾ ਦਿੱਲੀ ਦੇ ਦਰਵਾਜ਼ਿਆਂ ਤੇ ਬੈਠਿਆਂ ਹੋ ਗਿਆ। ਇਹ ਕੇਂਦਰ ਸਰਕਾਰ ਵੱਲੋਂ ਇੱਕ ਜ਼ਿਆਦਤੀ ਹੈ ਇਸ ਖਿੱਤੇ ਦੇ ਨਾਲ, ਕਿਉਂਕਿ ਪੂਰੇ ਹਿੰਦੁਸਤਾਨ ਦੇ ਵਿੱਚ 2-3 ਤਾਂ ਸਟੇਟਾਂ ਨੇ ਜਿੱਥੇ ਵੱਧ ਤੋਂ ਵੱਧ ਖੇਤੀਬਾੜੀ ਹੁੰਦੀ ਹੈ ਔਰ ਜਿਹਦੇ ਨਾਲ ਸਾਰੇ ਦੇਸ਼ ਦਾ ਢਿੱਡ ਭਰਦਾ ਹੈ। ਪੰਜਾਬ ਹੈ, ਹਰਿਆਣਾ ਹੈ ਤੇ ਯੂਪੀ ਦਾ ਜਿਹੜਾ ਪੱਛਮੀ ਇਲਾਕਾ ਹੈ। ਬਾਕੀ ਸੂਬਿਆਂ ਦੇ ਵਿੱਚ ਨੋ ਡਾਊਟ ਕਿ ਅੱਜ ਕੱਲ੍ਹ ਖੇਤੀ ਹੋਣੀ ਸ਼ੁਰੂ ਹੋ ਗਈ ਹੈ, ਪਰ ਉਹ ਤਾਂ 70-75 ਸਾਲਾਂ ਬਾਅਦ ਜਾ ਕੇ ਸ਼ੁਰੂ ਹੋਈ ਹੈ। ਸ਼ੁਰੂ ਦੇ ਵਿੱਚ ਤਾਂ ਜਿਹੜੀ ਸਭ ਤੋਂ ਵੱਧ ਟੇਕ ਸੀ ਹਿੰਦੁਸਤਾਨ ਦੀ, ਉਹ ਤਾਂ ਪੰਜਾਬ ਦੇ ਉੱਤੇ ਸੀ ਕਿ ਇੱਥੋਂ ਸਾਨੂੰ ਸਾਡੀ ਭੁੱਖ ਜਿਹੜੀ ਆ ਉਹ ਖਤਮ ਹੋਣੀ ਆ, ਬਾਹਰਲੇ ਦੇਸ਼ਾਂ ਦੇ ਅੱਗੇ ਹੱਥ ਅੱਡ ਕੇ ਸਾਡਾ ਗੁਜ਼ਾਰਾ ਜਿਹੜਾ ਉਹ ਨਹੀਂ ਹੋਣਾ। ਹੈਲੋ ਜੀ, ਹਾਂਜੀ ਕੌਣ ਬੋਲ ਰਹੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮਨਜੀਤ ਸਿੰਘ ਬੋਲ ਰਿਹਾ ਜੀ। ਕਿੱਥੋਂ ਬੋਲ ਰਹੇ ਹੋ ਜੀ ਮਨਜੀਤ ਜੀ? ਮੈਂ ਕੈਨੇਡਾ ਤੋਂ ਬੋਲ ਰਿਹਾ ਜੀ। ਹਾਂਜੀ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਗੱਲ ਤਾਂ ਕਹਿਣਾ ਚਾਹੁੰਦਾ ਸੀ ਕਿ ਦੇਖੋ ਤੁਸੀਂ ਹੁਣੇ ਕਹਿ ਰਹੇ ਸੀ ਇੱਕ ਕਾਲਰ ਨੇ ਬੋਲਿਆ ਵਿੱਚ ਗੁਰੂ ਮਹਾਰਾਜ ਕਰੇਗਾ ਜੀ। ਦੇਖੋ ਜੀ, ਗੁਰੂ ਮਹਾਰਾਜ ਨੇ ਕੀ ਕਰਨਾ ਇੱਥੇ? ਗੁਰੂ ਮਹਾਰਾਜ ਨੇ ਤੁਹਾਨੂੰ ਦਿਮਾਗ ਦਿੱਤਾ ਹੈ ਜੀ। ਜੇਕਰ ਅਸੀਂ ਵੋਟ ਸਿੱਧੇ ਰਾਹ ਨਹੀਂ ਪਾਣੀ ਤੇ ਗੁਰੂ ਮਹਾਰਾਜ ਨੇ ਕੱਖ ਨਹੀਂ ਕਰਨਾ, ਆਪ ਹੀ ਕਰਨਾ ਪੈਣਾ ਹੈ ਜੀ। ਦੂਜੀ ਗੱਲ ਦੇਖੋ, ਮੇਰਾ ਬੱਚਾ ਸਨ 2000 ਦੇ ਵਿੱਚ ਟੈਂਪਰ 2 ਕਰਦਾ ਸੀ ਪਿਆ ਜੀ। ਮੈਂ ਉਹਨੂੰ ਇੰਜੀਨੀਅਰਿੰਗ ਕਰਾਈ ਜਾ ਕੇ ਬਿਦਰ। ਤੁਸੀਂ ਦੇਖੋ ਇਹਨਾਂ ਲੋਕਾਂ ਦੀ ਨਲਾਇਕੀ, ਅੱਜ ਤੋਂ 20 ਸਾਲ ਪਹਿਲਾਂ ਵੀ ਇਹਨਾਂ ਕੋਲੋਂ ਕੋਈ ਕਾਲਜ ਚੰਗਾ ਨਹੀਂ ਬਣ ਸਕਿਆ ਜਿਹੜਾ ਕਿ ਮੇਰੇ ਬੱਚੇ ਨੂੰ ਦਾਖਲ ਕਰ ਲਵੇ। ਇੱਕ ਅੱਗੇ ਦੇਖੋ, ਜਿੰਨੇ ਬੰਦੇ ਏਪੀ ਦੇ ਜਾਂ ਕਰਨਾਟਕ ਦੇ ਮੈਂਬਰ ਪਾਰਲੀਮੈਂਟ ਬਣਦੇ ਨਾ ਜੀ, ਉਹ ਬੰਦੇ ਸਾਲ ਪਹਿਲਾਂ ਇੱਕ ਕਾਲਜ ਦਾ ਲਾਇਸੈਂਸ ਲੈ ਲੈਂਦੇ ਜੇ। ਜਿੰਨਾ ਪੰਜਾਬ ਦਾ ਬੰਦਾ ਪਹਿਲਾਂ ਉੱਥੇ ਪੜ੍ਹਦਾ ਸੀ, ਹੁਣ ਸਾਰੇ ਨਿਕਲ ਕੇ ਕੋਈ ਕੈਨੇਡਾ, ਕੋਈ ਆਸਟ੍ਰੇਲੀਆ, ਕੋਈ ਕਿੱਧਰ ਜਾ ਰਿਹਾ। ਬਿਲਕੁਲ ਬਿਲਕੁਲ। ਇਕਨੋਮੀ ਕਿੱਧਰ ਜਾ ਰਹੀ ਪੰਜਾਬ ਦੀ? ਸਾਰੀ ਇੱਥੇ ਬਾਹਰ ਹੀ ਆ ਰਹੀ ਨਾ। 15-20 ਲੱਖ ਰੁਪਈਆ ਦੇ ਕੇ ਅੱਜ ਦੇ ਸਮੇਂ ਦੇ ਵਿੱਚ ਲੋਕੀ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾ ਰਹੇ ਨੇ ਪੜ੍ਹਨ ਵਾਸਤੇ ਜੀ। ਹਾਇਰ ਐਜੂਕੇਸ਼ਨ ਨੂੰ ਅਸੀਂ ਜਾਣ ਤਾਂ ਬੜੀ ਖੁਸ਼ੀ ਦੀ ਗੱਲ ਹੈ। ਮਹਾਤਮਾ ਗਾਂਧੀ ਵੀ ਗਿਆ ਸੀ ਤੇ ਜਵਾਹਰ ਲਾਲ ਨਹਿਰੂ ਵੀ ਗਿਆ ਸੀ, ਪਰ ਆਪਾਂ ਉਸ ਵਾਸਤੇ ਨਹੀਂ ਆ ਰਹੇ। ਇੱਥੇ ਅਸੀਂ ਸੈਟਲ ਹੋਣ ਆ ਰਹੇ ਹਾਂ, ਪੱਕੀ ਗੱਲ। ਕਿਸੇ ਨੇ ਇੱਥੇ ਪੜ੍ਹਨਾ ਜਿੰਨਾ ਕਿਹਾ ਉਹ ਤਾਂ ਹੈ ਹੀ ਹੈ ਜੀ, ਬਾਕੀ ਇੱਥੇ ਅੱਗੇ ਕੰਮ ਹੀ ਕਰਨਾ। ਤੁਸੀਂ ਇਹ ਦੇਖੋ ਕਿ ਜਿੰਨਾ ਚਿਰ ਅਸੀਂ ਆਪਣੇ ਬੰਦੇ ਠੀਕ ਤਰ੍ਹਾਂ ਚੁਣ ਕੇ ਅੱਗੇ ਨਹੀਂ ਨਾ ਲਿਆਂਦੇ, ਉਹਨਾਂ ਚਿਰ ਕੱਖ ਹੋ ਨਹੀਂ ਸਕਦਾ, ਭਾਵੇਂ ਕੁਛ ਹੋ ਜਾਏ। ਹੁਣ ਚੁਣਨੇ ਕਿੱਦਾਂ? ਅਸੀਂ ਦੇਖੀ ਕਿੱਦਾਂ ਚੁਣੀ ਜਾਂਦੇ ਆ। ਅਸੀਂ ਕਹਿੰਦੇ ਆ ਯਾਰ ਇਹ ਬਾਦਲ ਦਾ ਪਿਓ ਸੀ, ਉਹ ਬੰਦਾ ਬੜਾ ਗੁੱਡ ਸੀ, ਇਸ ਕਰਕੇ ਬਾਦਲ ਨੂੰ ਵੋਟ ਪਾ ਦਿਓ। ਇਹ ਬੰਦਾ ਸੁਖਬੀਰ ਬਾਦਲ ਹੈ ਜਾਂ ਫਲਾਣਾ ਬਾਦਲ ਹੈ ਜਾਂ ਕੋਈ ਹੈ ਨਾ ਕੋਈ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ
ਕਿ ਤੁਸੀਂ ਕਹਿੰਦੇ ਹੋ ਨਾ ਹੁਣ ਅੱਜ ਕਿਉਂ ਕਿਸਾਨਾਂ ਨਾਲ ਏਦਾਂ ਹੋ ਰਿਹਾ ਜੀ, ਤੁਸੀਂ ਦੱਸੋ ਪੂਰੇ ਪੰਜਾਬ ਦੇ ਵਿੱਚ ਅੱਜ ਤੱਕ ਕਦੀ ਇਹਨਾਂ ਐਗਰੀਕਲਚਰ ਮਿਨਿਸਟਰ ਲਾਇਆ ਹੈ ਉੱਥੇ? ਕਦੀ ਐਗਰੀਕਲਚਰ ਮਿਨਿਸਟਰ ਪ੍ਰੋਪਰਲੀ ਲਾਉਂਦੇ ਨਹੀਂ ਉੱਥੇ। ਅੱਜ ਦੀ ਸਥਿਤੀ ਵੀ ਇਹ ਹੈ ਮਨਜੀਤ ਸਿੰਘ ਜੀ, ਐਗਰੀਕਲਚਰ ਕੀ ਚੀਜ਼ ਹੈ ਜੀ ਮਨਜੀਤ ਸਿੰਘ ਜੀ, ਅੱਜ ਦੀ ਸਥਿਤੀ ਵੀ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਗਰੀਕਲਚਰ ਮਿਨਿਸਟਰ ਹੀ ਨਹੀਂ ਹੈਗਾ। ਐਗਰੀਕਲਚਰ ਦਾ ਮਹਿਕਮਾ ਕੈਪਟਨ ਸਾਹਿਬ ਨੇ ਪਹਿਲਾਂ ਵੀ ਆਪ ਰੱਖਿਆ ਸੀ, ਹੁਣ ਵੀ ਆਪ ਰੱਖਿਆ ਸੀ, ਕਿਸਾਨ ਉਹਨਾਂ ਨੂੰ ਮਿਲ ਹੀ ਨਹੀਂ ਸਕਦੇ। ਸੋ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੀ, ਜਿਸ ਮੁਲਕ ਦੀ, ਜਿਸ ਸਟੇਟ ਦੀ ਇਕਨੋਮੀ ਹੀ ਐਗਰੀਕਲਚਰ ਹੋਵੇ ਜੀ, ਤੇ ਉਹਦਾ ਮਿਨਿਸਟਰ ਹੀ ਨਾ ਹੋਵੇ, ਦੱਸੋ ਲਾਲਚ ਹੈਗੀ? ਮੈਂ ਕਹਿੰਦਾ ਇਹੋ ਜਿਹੀ ਮਿਨਿਸਟਰੀ ਦੇ ਬਿਲਕੁਲ। ਤੇ ਕਿਸਾਨ ਜਿਹੜਾ ਉਹਦੀਆਂ ਬਹੁਤ ਸਾਰੀਆਂ ਸਮੱਸਿਆ ਹੁੰਦੀਆਂ ਨੇ, ਉਹਨਾਂ ਨੇ ਮਿਲਣਾ ਹੁੰਦਾ ਹੈ। ਅਫਸਰ ਤੇ ਕਿਸੇ ਨੂੰ ਬਾਹਰ ਨਹੀਂ ਫੜਾਉਂਦੇ ਹੈਗੇ। ਅਫਸਰਾਂ ਦਾ ਤੁਸੀਂ ਹਾਲ ਵੇਖ ਹੀ ਚੁੱਕੇ ਹੋਏ ਹੋ ਕਰਨਾਲ ਦੇ ਵਿੱਚ। ਸੋ ਇੱਕ ਕਾਲ ਅਸੀਂ ਹੋਰ ਲੈਣੀ ਚਾਹਾਂਗੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ। ਹੈਲੋ ਹੈਲੋ ਜੀ, ਬੜਾ ਸਤਿ ਸ਼੍ਰੀ ਅਕਾਲ। ਹਾਂਜੀ ਸ਼ੇਰਗਿੱਲ ਸਾਹਿਬ, ਆਪਣੇ ਕੋਲ ਟਾਈਮ ਅੱਜ ਥੋੜਾ ਹੈ, ਤੁਹਾਡਾ ਅਖੀਰ ਚ ਕਾਲ ਆਈ ਹੈ, ਗੱਲ ਕਰੋ ਆਪਣੀ। ਜੀ ਜੀ, ਮੈਂ ਥੋੜੀ ਜਿਹੀ ਬਾਦਲ ਸਾਹਿਬ ਬਾਰੇ ਕਰਨ ਲੱਗਾ ਵੀ ਚੰਡੀਗੜ੍ਹ ਇਨੀ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ। ਜੀ ਬਿਲਕੁਲ, ਇਹਨਾਂ ਨੇ ਧਾਰਾ 25 ਗੱਲ ਕੀਤੀ ਆ ਜੀ, ਉਹ ਮੇਰੇ ਕੋਲ ਪੂਰੀ ਲਿਖਤ ਆ ਪੂਰੀ ਜੀ। 1965 ਤੋਂ ਲੈ ਕੇ ਜਿਹੜੀ ਚੱਲਿਆ ਜਗਾੜ ਸਾਰਾ ਹੀ ਮੇਰੇ ਕੋਲ ਹੈ, ਪੂਰੀ ਅੱਧੀ ਕਿਤਾਬ ਪਈ ਆ। ਜੀ ਜੀ, ਅੱਛਾ, ਉਹ ਤੋਂ ਬਾਅਦ ਇਹਦੇ ਵਿੱਚ ਦੋਏ ਬੰਦੇ ਸੀਗੇ ਜਿਹਦੀ ਦਸਤਖਤ ਕੀਤੇ, ਜਿਹੜੇ ਅੱਜ ਜੀਂਦੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਜੀ। ਅੱਛਾ, ਦੂਜੀ ਅੰਮ੍ਰਿਤਸਰ ਐਲਾਨਨਾਮੇ ਦੇ ਉੱਤੇ ਸਰਦਾਰ ਅਮਰਿੰਦਰ ਸਿੰਘ ਨੇ ਦਸਤਖਤ ਕੀਤੇ ਆ। ਜੀ, ਕਿੱਦਾਂ ਦੇ ਸਾਡੇ ਲੀਡਰ ਆ ਜਿਹੜੇ ਅੱਜ ਹੋਰ ਗੱਲ ਕਰਦੇ ਆ, ਕੱਲ ਨੂੰ ਲੋਕਾਂ ਦੇ ਹਜ਼ਾਰਾਂ ਮੁੰਡੇ ਮਰਵਾ ਕੇ ਅੱਜ ਰਾਜਗੱਦੀਆਂ ਭੋਗਣ ਲੱਗਿਓ ਆ। ਤੇ ਉਹ 5 ਵਾਰੀ ਮੁੱਖ ਮੰਤਰੀ ਬਣ ਗਿਆ, 2 ਵਾਰੀ ਬਣ ਗਿਆ। ਅੱਜ ਰੋਣਾ ਆਉਂਦਾ, ਗੁਰਦਾਸਪੁਰ ਏਰੀਏ ਦੇ ਵਿੱਚ ਕੋਈ ਘਰ ਨਹੀਂ ਛੱਡਿਆ ਸੀ ਨਹੀਂ, ਜੇ 4-4 ਪੁੱਤ ਮਰ ਗਏ ਅਗਲਿਆਂ ਦੇ। ਸਾਨੂੰ ਪਤਾ ਜਿੱਦਾਂ ਅਸੀਂ ਰਾਤਾਂ ਕੱਢਦੇ ਰਹੇ ਆ ਉੱਥੇ। ਬਿਲਕੁਲ ਜੀ। ਅੱਜ ਇਹ ਗੱਲਾਂ ਕਰਨ ਡਏ ਆ ਬੈਠੇ ਕਿ ਖਾਲਿਸਤਾਨ ਜੇ ਆਪੂਆ ਫਲਾਨਾ। ਅੱਜ ਪਾਰਟੀ ਦਾ ਇਹਦੀ ਅਕਾਲੀ ਦਲ ਕਿੱਥੋਂ ਰਹਿ ਗਿਆ? ਇਹ ਅਕਾਲੀ ਦਲ ਨੂੰ ਕਾਲੀ ਦਾਲ ਕਹਾਂਗੇ ਜੀ। ਸ਼ੇਰਗਿੱਲ ਸਾਹਿਬ, ਕਿਉਂਕਿ ਸਮਾਂ ਥੋੜਾ ਸੀ, ਆਪਾਂ ਜ਼ਿਆਦਾ ਗੱਲ ਨਹੀਂ ਕਰ ਸਕਦੇ। ਗੱਲ ਆਪਾਂ ਇਸ ਗੱਲ ਤੇ ਨਿਬੇੜਦੇ ਹਾਂ ਕਿ ਬਹੁਤ ਸਾਰੇ ਲੋਕ ਰੌਲਾ ਪਾਉਂਦੇ ਆ ਔਰ ਉਹਨਾਂ ਦੇ ਵਿੱਚ ਲੀਡਰ ਜਿਹੜੇ ਆ ਰੌਲਾ ਪਾ ਕੇ ਅੱਗੇ ਆ ਜਾਂਦੇ ਆ, ਪਰ ਇੱਕ ਵੱਡੀ ਤਾਦਾਦ ਦੇ ਵਿੱਚ ਜਦੋਂ ਲੋਕ ਨਹੀਂ ਬੋਲਦੇ ਤਾਂ ਮੈਨੂੰ ਇੱਥੇ ਐਲਬਰਟ ਆਇਨਸਟਾਈਨ ਦੀ ਗੱਲ ਯਾਦ ਆਉਂਦੀ ਹੈ, ਜੋ ਕਿ ਮੈਥਮੈਟੀਸ਼ੀਅਨ ਸੀ, ਨੋਬਲ ਇਨਾਮ ਉਹਨਾਂ ਨੂੰ ਮਿਲਿਆ ਸੀ, ਜਰਮਨ ਦੇ ਨੇ ਉਹ। ਉਹਨਾਂ ਨੇ ਕਿਹਾ ਸੀ ਕਿ ਇਹ ਦੁਨੀਆ ਉਹਨਾਂ ਲੋਕਾਂ ਕਰਕੇ ਖਤਮ ਨਹੀਂ ਹੋਣੀ ਜਿਹੜੇ ਲੋਕ ਮਾੜੇ ਕੰਮ ਕਰਦੇ ਆ, ਬਦਮਾਸ਼ੀ ਕਰਦੇ ਆ, ਗੁੰਡਾਗਰਦੀ ਕਰਦੇ ਆ, ਬਲਕਿ ਉਹਨਾਂ ਲੋਕਾਂ ਕਰਕੇ ਖਤਮ ਹੋਣੀ ਆ ਜਿਹੜੇ ਲੋਕ ਇਹ ਸਭ ਕੁਝ ਹੁੰਦਿਆਂ ਵੇਖ ਕੇ ਚੁੱਪ ਕਰ ਜਾਂਦੇ ਆ। ਔਰ ਮੈਨੂੰ ਸਾਬਰ ਅਲੀ ਸਾਬਰ, ਸਾਡੇ ਪਾਕਿਸਤਾਨੀ ਸ਼ਾਇਰ, ਉਹਨਾਂ ਦਾ ਸ਼ੇਅਰ ਯਾਦ ਆ ਰਿਹਾ ਕਿ ਜਿਉਂਦਾ ਨਹੀਂ ਜਿਹੜਾ ਚੁੱਪ ਹੈ, ਵੇਖੋ ਕਿਹੜਾ ਕਿਹੜਾ ਚੁੱਪ ਹੈ, ਬੋਲ ਚੰਦਰੀਏ ਜੀਭੇ ਬੋਲ, ਪਿੱਛੇ ਸਾਰਾ ਵਿਹੜਾ ਚੁੱਪ ਹੈ। ਚੁੱਪ ਰਵਾਂਗੇ ਤੇ ਫਿਰ ਇਸੇ ਤਰ੍ਹਾਂ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਦੇ ਰਵਾਂਗੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਵੜੈਚ ਨੂੰ ਦਿਓ ਇਜਾਜ਼ਤ। ਕੱਲ ਨੂੰ ਪੰਨੂ ਸਾਹਿਬ ਲੈ ਕੇ ਪ੍ਰੋਗਰਾਮ ਹਾਜ਼ਰ ਹੋਣਗੇ। ਰੱਬ ਰਾਖਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।